सत श्री अकाल जी। प्रोग्राम देख रहे हो किंचावा प्रदेश ते मैं प्रीत लैके हाजिर हो गई हाँ तुहाडे लिए यह लाइव शो। सो जिस दे विच मौका मिलता है तुहानू कॉल्स करन दा, डायरैक्ट एक्सपर्ट्स दे नाल गलबात करन दा, अपने सवाल रखन दा। सो बाहर जाना है तो यह शो तुहाडे लिए बहुत इंपॉर्टेंट है। कैनेडा, ऑस्ट्रेलिया, यूके, यूएस जिस भी कंट्री च जाना चाहते हो बेझिझक होके ਜਿਹੜੇ नंबर नीचे फ्लैश हो रहे हैं उन्होंने कॉल करो, क्योंकि एक्सपर्ट ਨੂੰ ਅਸੀਂ ਤੁਹਾਡੇ ਨਾਲ ਮਿਲਾਉਣ ਲੱਗੇ ਆ। ਗੋ ਗਲੋਬਲ ਤੋਂ ਮਿਸਟਰ ਨਵਨੀਤ ਜੀ ਜੋ ਕਿ ਹਮੇਸ਼ਾ ਹੀ ਤੁਹਾਡੇ ਰੂਬਰੂ ਹੁੰਦੇ ਆ। ਆਲਰੇਡੀ ਸਾਡੀ ਆਡੀਅנס ਜਿਹੜੀ ਆ ਕਈ ਵਾਰ ਉਹਨਾਂ ਨੂੰ ਕਾਲਸ ਵੀ ਕਰਦੀ ਆ, ਬਹੁਤ ਸਾਰੇ ਬੱਚੇ ਉਹਨਾਂ ਦੇ ਥਰੂ ਪਹੁੰਚੇ ਵੀ ਹੋਣਗੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ। ਸੋ ਅੱਜ ਇੱਕ ਵਾਰ ਫਿਰ ਤੋਂ ਸਾਡੇ ਨਾਲ ਨੇ ਸਵਾਗਤ ਕਰ ਲੈਣੇ ਆ। ਹੈਲੋ ਸਰ। ਸਤਿ ਸ਼੍ਰੀ ਅਕਾਲ ਰੀਤ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਧੰਨਵਾਦ ਸਮੁੱਚੀ ਟੀਮ ਦਾ, ਚਾਹੇ ਉਹ ਸਟੂਡੀਓ 'ਚ ਹੈ, ਚਾਹੇ ਉਹ ਚੈਨਲ ਤੋਂ ਬੈਠ ਕੇ ਸਾਡੇ ਨਾਲ ਲਾਈਵ ਹੋ ਰਹੀ ਹੈ ਔਰ ਆਪਣੇ ਆਪ ਨਾਲ ਗੱਲਬਾਤ ਕਰਾਉਣ ਦਾ ਇੱਕ ਮੌਕਾ ਦੇ ਰਹੀ ਹੈ। ਸੋ ਇਹ ਸਿਲਸਿਲਾ ਲਾਈਵ ਕਾਲਸ ਦਾ ਜਾਰੀ ਰੱਖਾਂਗੇ। ਜੀ ਮੇਰੀ ਆਪ ਦੀਆਂ ਕਾਲਾਂ ਆ ਰਹੀਆਂ, ਪਹਿਲਾਂ ਉਹ ਕੱਟਦਾ। ਸੋ ਅੱਜ ਮੈਂ ਇੱਕ ਮੰਚ ਤੇ ਗੱਲ ਕਰਦਾ ਸੀ ਵੀ 2012-13 ਚ ਅਖੀਰਲਾ ਸਮੇਂ ਸੀਗਾ ਜਦੋਂ ਚਾਰੋਂ ਮੁਲਕ ਓਪਨ ਸੀ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਪੰਜਵਾਂ ਸਿੰਗਾਪੁਰ। ਰਾਈਟ, ਇਹ ਸਮੇਂ ਉਦੋਂ ਆਇਆ ਕਈ ਸਾਲਾਂ ਬਾਅਦ, ਬਟ ਇੱਕ ਬੜੇ ਵੱਡੇ ਫਰਕ ਨਾਲ ਆਇਆ। ਕੱਲਾ ਪਹਿਲਾਂ ਪੰਜਾਬ ਹੋਇਆ ਕਰਦਾ ਸੀ, ਰੂਰਲ ਪੰਜਾਬ ਜ਼ਿਆਦਾ ਹੋਇਆ ਕਰਦੇ, ਸਾਡਾ ਪੇਂਡੂ ਖੇਤਰ ਜ਼ਿਆਦਾ ਹੋਇਆ ਕਰਦਾ ਸੀ, ਅਰਬਨ ਆਡੀਅנס ਘੱਟ ਸੀਗੀ। ਅੱਜ ਹਾਲਾਤ ਕੀ ਹੋ ਗਏ? ਕੱਲਾ ਪੰਜਾਬ ਨਹੀਂ, ਹਰਿਆਣਾ ਵੀ, ਉੱਤਰਾਖੰਡ ਵੀ, ਯੂਪੀ ਵੀ, ਦਿੱਲੀ ਵੀ, ਮੁੰਬਈ ਵੀ, ਗੁਜਰਾਤ ਵੀ, ਹੈਦਰਾਬਾਦ ਵੀ, ਕੋਚੀ ਵੀ, ਕੈਲਕਟਾ ਵੀ, ਨਾਰਥ ਈਸਟ ਵੀ, यूपी ਦੇ ਵਿੱਚੋਂ ਲਖਨਊ, ਮੁਰਾਦਾਬਾਦ, ਮੱਧ ਪ੍ਰਦੇਸ਼ 'ਚ ਸਾਡੇ ਕੋਲ ਭੋਪਾਲ, ਇੰਦੌਰ, ਗਵਾਲੀਅਰ ਤੱਕ ਤੋਂ ਕੇਸ ਆਉਂਦੇ ਨੇ। ਇਹਦਾ ਮਤਲਬ ਕੀ ਹੈ? ਕੰਟਰੀਜ਼ ਦੀ ਆਪਸ਼ਨ ਦਾ ਵੱਧ ਗਿਆ। ਮੈਂ ਇਕੱਲੇ ਭਾਰਤ ਦੀ ਗੱਲ ਕਰਾਂ, ਨਾਲ ਲੱਗਦਾ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ, ਰਾਈਟ, ਉਧਰ ਵੀਅਟਨਾਮ, ਥਾਈਲੈਂਡ, ਬੰਗਲਾਦੇਸ਼ ਦੇ ਕੁਝ ਨਾਲ ਲੱਗਦੇ, ਬਰਮਾ, ਰਾਈਟ। ਸੋ ਇਹ ਕੰਟਰੀਜ਼ ਇੱਧਰ ਹੋ ਗਈਆਂ। ਫਿਰ ਡਾਊਨ ਸਾਊਥ ਲੈਟਨ ਅਮਰੀਕਾ ਲੈਮ ਕੰਟਰੀਜ਼ ਹੋ ਗਈਆਂ, ਈਸਟਰਨ ਯੂਰਪੀਅਨ ਕੰਟਰੀਜ਼ ਹੋ ਗਈਆਂ ਤੇ ਸਾਊਥ ਅਫਰੀਕਨ ਕੰਟਰੀਜ਼ ਹੋ ਗਈਆਂ। ਇਹਨਾਂ ਪਾਸਿਓਂ ਇਹਨਾਂ ਸਾਰੀ ਯੂਨੀਵਰਸਿਟੀਜ਼, ਕਾਲਜਸ ਤੇ ਕੰਟਰੀਆਂ ਕੋਲ ਐਪਲੀਕੇਸ਼ਨਸ ਵੀ ਜਾ ਰਹੀਆਂ ਨੇ। ਸੋ ਜਿਹੜਾ ਅੱਜ ਪੰਜਾਬ 'ਚ ਰੌਲਾ ਪਿਆ ਨਾ, ਪਹਿਲਾਂ ਇੱਕ ਰੌਲਾ ਪਿਆ ਕਿ ਵੀਜ਼ਾ ਰਿਜੈਕਟ ਹੋਣ ਲੱਗ ਪਏ ਬਹੁਤ ਜ਼ਿਆਦਾ। ਭਰਾ ਮੇਰੇ ਕਿਉਂ ਹੋਣ ਲੱਗੇ? ਹੁਣ ਜਦੋਂ ਸਾਡੇ ਵੀ ਲਾਈਵ ਕਾਲ ਵੱਜੂਗੀ ਨਾ, ਪਹਿਲਾ ਸਵਾਲ ਪਤਾ ਕੀ ਆਊਗਾ? ਸਰ ਮੇਰੇ ਇੰਨੇ ਬੈਂਡ ਹੈ। ਅਸੀਂ ਇਹ ਭੁੱਲ ਗਏ ਕਿ ਮੈਂ 12ਵੀਂ 2020 ਕੀਤੀ ਸੀਗੀ। ਬੈਂਡ ਤਾਂ ਆਪਾਂ ਲੈ ਲਏ, ਬਟ 12ਵੀਂ ਤੋਂ ਬਾਅਦ ਕੀ ਕੀਤਾ, 21 ਤੋਂ ਬਾਅਦ ਕੀ ਕੀਤਾ, ਰਾਈਟ। ਅੱਜ ਉਹ ਸਵਾਲ ਜਾਣਨਾ ਚਾਹੁੰਦੇ ਆ। ਬੱਚਿਆਂ ਦਾ ਇੱਕ ਸਵਾਲ ਹੋਊਗਾ, ਸਰ ਪੀਟੀ ਤੇ ਕੈਨੇਡਾ ਦੇ ਵੀਜ਼ੇ ਨਹੀਂ ਆਉਣੇ ਜੀ, ਪੀਟੀ ਬੈਨ ਕਰਤੀ। ਮੈਂ ਕਿਹਾ ਜੀ ਆਖਿਰ ਕਿਉਂ? ਜਿਹਦਾ ਦੇਖੋ ਵੀਜ਼ਾ ਨਹੀਂ ਆਇਆ। ਮੈਂ ਕਿਹਾ ਉਹਨੇ ਪੀਟੀ ਪਹਿਲੀ ਵਾਰੀ ਕੀਤੀ ਕਿ ਪਹਿਲਾਂ ਆਇਲਸ ਕੀਤੀ? ਕਹਿੰਦਾ ਨਹੀਂ ਜੀ ਪਹਿਲਾਂ ਉਹ ਆਇਲਸ ਕਰਦਾ ਰਿਹਾ, ਫਿਰ ਉਹ ਆਈ ਨਹੀਂ ਤਾਂ ਪੀਟੀ। ਮੈਂ ਕਿਹਾ ਆਇਲਸ ਕਿੰਦਰ ਕੀਤੀ? ਕਹਿੰਦੇ 1.5 ਸਾਲ। ਸੋ ਆਪਾਂ ਵਕਤ ਵਿੱਚ ਇਹ ਭੁੱਲ ਗਏ ਕਿ ਮੇਰਾ ਅਕੈਡਮਿਕ ਗੈਪ ਨਾਮ ਦੀ ਕੋਈ ਚੀਜ਼ ਵੀ ਹੈਗੀ ਹੈ। ਆਫਟਰ ਆਲ ਸਟੱਡੀ ਵੀਜ਼ਾ, ਲੈਂਗੁਏਜ ਵੀਜ਼ਾ ਨਹੀਂ ਹੈ। ਜੀ ਬਿਲਕੁਲ ਜੀ। ਸਰ ਕਾਲ ਲੈਣੇ ਆ। ਹੈਲੋ हेलो मैम, गुड इवनिंग। गुड इवनिंग जी। कौन गल कर रहे हो, कित्थों गल कर रहे हो? मैं मनदीप गल कर रही हूँ बठिंडा तो। हाँ जी दसो मनदीप, की पूछना चाहते हो? मैम मेरी +2 ਤੋਂ 77% ने 2020 की हुई है मेरी। ठीक है मैम मेरे आईएलटीएस ਤੋਂ 1.5 ने 3.6 ने ਤੇ ਮੈਂ ਕੈਨੇਡਾ ਦੀ ਅਪਲਾਈ ਕਰਨਾ ਚਾਹੁੰਦੀ ਹਾਂ। ਬੱਚੇ ਅਪਲਾਈ ਤਾਂ ਕਰ ਸਕਦੇ ਹੋ, ਪਰ ਵੀਜ਼ਾ ਪ੍ਰੋਬੇਬਿਲਿਟੀ ਲਗਭਗ ਨਾਮਾਤਰ ਹੈ। ਸੱਚ ਜਾਨਣਾ ਚਾहेंगे ਬੱਚੇ ਕਿਉਂ? ਇੱਕ ਤਾਂ 20 ਤੋਂ ਬਾਅਦ 21 ਵਾਲੇ ਆ ਗਏ, 21 ਤੋਂ ਬਾਅਦ 22 ਵਾਲੇ ਆ ਗਏ, ਪਲੱਸ 6 ਈਚ ਦੇ ਉੱਪਰ ਹੀ ਉਹਨਾਂ ਕੋਲ 4-5 ਲੱਖ ਐਪਲੀਕੇਸ਼ਨ ਹੈਗੀ ਹੈ। ਉਹ 5.5 ਵਾਲੀ ਲਗਭਗ ਆਟੋ ਡਿਕਲਾਈਨ ਤੇ ਪਾਈਆਂ ਹੋਈਆਂ, ਰਾਈਟ। ਅਸੀਂ ਪਿਛਲੇ 2 ਮਹੀਨਿਆਂ 'ਚ ਕਿਸੇ 5.5 ਮੋਡਿਊਲ ਤੇ ਵੀਜ਼ਾ ਨਹੀਂ ਵੇਖਿਆ ਬੱਚੇ। ਨਾ ਆਪਾਂ ਨੂੰ ਆਸਟ੍ਰੇਲੀਆ ਨੇ ਦੇਣਾ, ਆਪਾਂ ਨੂੰ ਸਿਰਫ ਐਕਸੈਪਟ ਕਰੇਗਾ ਤਾਂ ਯੂਕੇ ਕਰੇਗਾ ਜਾਂ ਨਿਊਜ਼ੀਲੈਂਡ ਕਰੇਗਾ, ਰਾਈਟ। ਇਹ ਸੱਚ ਹੈ ਬੇਟੇ। ਕਿਸੇ ਕੰਸਲਟੈਂਟ ਕੋਲ ਜਾਏਗੀ, ਕੋਈ ਕਹਾਣੀ ਪਾ ਦੂ, ਕੋਈ ਕੁਛ ਕਰ ਦੂ। ਇੱਕ ਰਿਫਿਊਜ਼ਲ ਵੀ ਤਾਂ ਵਪਾਰ ਹੈ ਕਿ ਬੱਚੇ ਰਿਫਿਊਜ਼ ਕਰਾਉਣੇ ਆ, 4 ਪੈਸੇ ਰਿਫਿਊਜ਼ਲਾਂ 'ਚੋਂ ਵੀ ਕਾਉਣੇ ਆ। ਜਦੋਂ ਇਹ ਕਮਾਣਗੇ ਰਿਫਿਊਜ਼ਲਾਂ ਵਾਲੇ ਤਾਂ ਹੀ ਤਾਂ ਪੈਕੇਜ ਵਾਲੇ ਪਣਪਣਗੇ, ਰਾਈਟ। ਸੋ ਬੱਚੇ ਜੇ ਸੱਚ ਸੁਣਨ ਦੀ ਹਿੰਮਤ ਰੱਖਦੀ ਹੈ ਤਾਂ ਬਿਲਕੁਲ ਕੈਨੇਡਾ ਅਪਲਾਈ ਨਾ ਕਰ। ਬਠਿੰਡਾ ਸਾਡੀ ਬ੍ਰਾਂਚ ਵਿਜ਼ਿਟ ਕਰ ਸਕਦੀ ਹੈ, ਉੱਥੇ ਰੀਆ ਮੈਮ ਹੁੰਦੇ, ਉਹਨਾਂ ਨੂੰ ਮਿਲ ਸਕਦੀ ਜਾ ਕੇ। ਬਿਲਕੁਲ 5.5 ਵਾਲੀ ਕੈਟਾਗਰੀ ਤਾਂ ਮੈਨੂੰ ਲੱਗਦਾ ਖਤਮ ਹੀ ਹੋ ਗਈ ਕੈਨੇਡਾ ਨਾ। ਲਗਭਗ ਹਾਲ ਦੀ ਘੜੀ ਰੀਤ ਇਹ ਕਹਿਣਾ ਹੈ ਕਿ ਇਟ ਇਜ਼ 99.999% ਰਿਫਿਊਜ਼ਲ। ਮੈਂ ਇੰਨੇ 9 ਤਾਂ ਲਾਤੇ ਕਿ ਵੀ 100% ਤਾਂ ਮੈਂ ਗਰੰਟੀ ਦੇ ਨਹੀਂ ਸਕਦਾ। ਜੇ ਮੇਰੇ ਕੋਲ ਵੀਜ਼ੇ ਦੀ ਗਰੰਟੀ ਨਹੀਂ ਹੈ ਤੇ ਛੋਟੇ ਭੈਣ ਭਾਈ ਉਹ ਡਿਕਲਾਈਨ ਦੀ ਗਰੰਟੀ ਵੀ ਨਹੀਂ ਹੋ ਸਕਦੀ, ਠੀਕ ਹੈ। ਆਊਟਕਮ ਦੀ ਗਰੰਟੀ ਨਹੀਂ ਹੈ ਬਤੌਰ ਕੰਸਲਟੈਂਟ ਮੇਰੇ ਕੋਲ। ਸੋ ਝਟਕੀ ਭਾਸ਼ਾ 'ਚ ਗੱਲ ਕਰੀਏ, ਨਤੀਜਾ ਕੀ ਨਿਕਲੂਗਾ ਇਹਦੇ ਉੱਪਰ ਮੇਰਾ ਕੋਈ ਹੈ ਨਹੀਂ। ਬਟ ਇੱਕ ਰੀਤ ਨੇ ਸ਼ੁਰੂ ਦੇ ਵਿੱਚ ਵਰਡ ਕਿਹਾ ਐਕਸਪਰਟ। ਅੱਜ ਉਹ ਐਕਸਪਰਟ ਘਵਾਉਂਦੇ ਵੀ ਡਰ ਲੱਗਦਾ, ਪਰ ਜੇ ਮਾੜਾ ਮੋਟਾ ਮੰਨਦੇ ਹੋ ਕਿ ਮੈਨੂੰ ਜਾਂ ਕਿਸੇ ਤੁਹਾਡੇ ਜਨ ਸੰਚ ਤੇ ਬਹਿੰਦੇ ਮੰਚ ਤੇ ਉਹਨਾਂ ਨੂੰ ਜਾਣਕਾਰੀ ਸੁਣ ਲਿਆ ਕਰੋ ਯਾਰ, ਸੱਚ ਸੁਣ ਲਿਆ ਕਰੋ। ਯੂਐਸਏ ਦੇ ਅਸੀਂ ਇੱਕ ਇੰਟਰਵਿਊ ਦੇ ਬੱਚੇ ਦਾ ਸੀਗਾ, ਉਹਨੂੰ ਸੱਚ ਸਮਝਵਾਇਆ, ਯੂਐਸਏ ਨੇ ਉਹਨੂੰ ਗ੍ਰਾਂਟ ਦਿੱਤਾ। यूएसए ने ग्रांट दिता, उन्होंने कहा जी काका जो है आप वही दसना,
ਅਸੀਂ ਯੂਐਸ ਬਹੁਤ ਜ਼ਿਆਦਾ ਨਹੀਂ ਕਰਦੇ। ਹੁਣ ਆਪਾਂ ਯੂਐਸ ਨੂੰ ਬੇਵਕੂਫ ਕਿਵੇਂ ਬਣਾਉਣ ਜਾਂਦੇ, ਕੰਸਲਟੈਂਟਸ ਕੀ ਕਹਿਣਗੇ ਕਿ 20 ਚ ਕੀਤਾ ਫਿਰ ਨਾ 2 ਡਿਪਲੋਮੇ ਦਿਖਾ ਦੇ। ਅਗਲਾ ਇਹ ਸਵਾਲ ਪੁੱਛਦਾ ਹੈ ਵੀ ਜਿਹੜੇ 10-10 ਹਜ਼ਾਰ ਦੇ ਡਿਪਲੋਮੇ ਕਰਕੇ 3 ਸਾਲ ਟਪਾ ਲਏ, ਹੁਣ ਸਿੱਧਾ ਹੀ ਆ ਕੇ ਯੂਐਸਏ ਪੜेंगे। यूएसए नहीं यूएसए वाले अद्धे दा भरा मेरे हो है भी यूएसए पढ़ेंगे और वीजा देंगे। भरा मेरे ऐदा नहीं है, यूएसए गैप नु एक्सेप्ट करता है बट जस्टिफाई तो करिए। गैप नु हर वो कंट्री एक्सेप्ट करती है, इंटरव्यू की प्रोबेबिलिटी है राइट। ऑस्ट्रेलिया क्लियर होके बैठा है कि +2 वाला 21 तो थोड़े लेना ही नहीं राइट, ले ही नहीं रहा। उन्होंने यूनिवर्सिटीज नु क्लियर करता, जीटी नहीं क्लियर हो रही राइट। यूके कहता ओके वेलकम, बट एक मैंने बच्चे दी तक हास्य वाली गल कहंदा यूके नहीं जाना। मैं कहा हस मैं तेनू ऐड लाई है, यूके सरकार दी ऐड नहीं है। सो आज बच्चे नु की लगना पे भी यूके दी ऐड लग रही है भी शायद यूके नु लोड पैगी। भरा मेरे तैनू लोड है, मैनू लोड है, उन्हां नु तां है पर उन्हां नु मिली जांदे बिल्कुल जी। कॉल लेने सो नेक्स्ट कॉलर। हेलो हेलो सत श्री अकाल मैम। सत श्री अकाल जी, कौन गल कर रहे हो, कित्थों गल कर रहे हो? जी मैं प्रीत गल कर रही हूं लुधियाने तो। हाँ जी दसो प्रीत, की सवाल है? जी मैम 74% ਦੇ ਨਾਲ ਮੈਂ +2 ਕੀਤੀ 2022 ਦੇ ਵਿੱਚ ਤੇ ਆਈਲੈਟਸ ਮੈਂ ਕਰ ਰਹੀ ਹਾਂ। कर रहे हो ਤੇ ਹਾਂਜੀ ਤੇ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਕੈਨੇਡਾ ਦੇ ਵਿੱਚ ਤੇ ਮੈਨੂੰ ਕਿਹੜੇ ਕੋਰਸਸ ਦੀ ਸਕੋਪ ਹੈ? ਮੈਂ ਆਰਟਸ ਕੀਤੀ बेटा आर्ट्स सब्जेक्ट की है ਤੁਹਾਡੇ ਕੋਲ? जी मेरे को हिस्ट्री पॉलिटिकल थी सर। हिस्ट्री पॉलिटिकल 77% मार्क्स है। पढ़ना की चाहनी बेटा जाके? जी ਮੈਨੂੰ ਕੰਪਿਊਟਰ ਲਾਈਨ 'ਚ ਇੰਟਰਸਟ ਹੈ ਤੇ ਉਧਰ ਲੈ ਕੇ ਕੋਰਸ ਹੋ तेरे कोले मैथ्स या कंप्यूटर साइंस एज सब्जेक्ट हैगा? ਹਾਂਜੀ मैथ्स या कंप्यूटर साइंस हैगा कि नहीं? ਹਾਂਜੀ ਹਾਂਜੀ केड़ा हैगा? ਹੈਲੋ केड़ा हैगा? कंप्यूटर साइंस है मैथ्स है? ਸਰ ਕੰਪਿਊਟਰ ਸਾਇੰਸ ਨਾਲ ਦਾ +2 ਤੇ ਕੰਪਿਊਟਰ ਵੀ ਰੱਖਿਆ ਹੋਇਆ ਸੀ। ਰੱਖਿਆ ਹੋਇਆ ਸੀਗਾ, ਬਿਲਕੁਲ ਪ੍ਰੋਬੇਬਿਲਿਟੀ ਹੈਗੀ ਹੈ ਰਾਈਟ। ਐਂਡ ਕੋਈ ਲੋਕੇਸ਼ਨਲ ਪ੍ਰੈਫਰੈਂਸ ਬੇਟਾ ਜੇ ਨਹੀਂ ਹੈ ਤਾਂ ਜਨਵਰੀ ਇਨਟੇਕ ਦੀ ਕੰਡੀਸ਼ਨਲ ਆਫਰ ਲੈਟਰ ਮੰਗਾ ਲਓ ਆਪਦੀ। 22 ਪਾਸ ਆਊਟ ਸਟੂਡੈਂਟਸ ਜਿਨ੍ਹਾਂ ਨੇ ਆਇਲਸ ਦੀ ਡੇਟ ਫਿਕਸ ਕਰ ਲਈ ਹੈ, ਮੁਕਰਰ ਕਰ ਲਈ ਹੈ ਕਿ ਮੈਂ ਫਲਾਣੀ ਤਰੀਕ ਨੂੰ ਪੇਪਰ ਦੇਣਾ ਰਾਈਟ। ਆਇਲਸ ਦੀ ਤਿਆਰੀ ਕਿੱਥੋਂ ਕਰ ਰਹੇ ਹੋ ਬੇਟਾ? ਆਈਲੈਟਸ ਦਾ ਮੋਹਾਲੀ ਤੋਂ ਕਰਦੀ ਹਾਂ। ਮੋਹਾਲੀ ਤੋਂ ਕਰ ਰਹੇ ਹੋ ਰਾਈਟ। ਥੈਂਕ ਯੂ ਬੱਚੇ, ਥੈਂਕਸ ਫॉर ਕਾਲਿੰਗ। ਸੋ ਸਾਡੇ ਆਪਦੇ ਜੀ 8 ਆਇਲਸ ਅਕੈਡਮੀਜ਼ ਹੈਗੀਆਂ ਵਿੱਚ ਆਇਲਸ ਤੋਂ। ਮੈਨੂੰ ਹਰ ਵਾਰੀ ਮੇਰੀ ਆਇਲਸ ਟੀਮ ਕਹਿੰਦੀ ਹੈ ਕਿ ਮਤਰਈ ਮਾਂ ਵਾਲਾ ਵਿਤਾਰ ਕਰਦਾ ਸਾਡੇ ਨਾਲ। ਸੋ ਸਾਡੀ ਆਇਲਸ ਦੀ 8 ਅਕੈਡਮੀਜ਼ ਹੈ ਜੀ, ਚੰਡੀਗੜ੍ਹ, ਲੁਧਿਆਣਾ, ਜਲੰਧਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਮੋਗਾ, ਬਠਿੰਡਾ, ਰਾਏਕੋਟ ਤੇ ਉੱਤਰਾਖੰਡ ਵਿੱਚ ਰੁਦਰਪੁਰ ਦੇ ਵਿੱਚ ਹੈਗੀਆਂ ਨੇ। ਸੋ ਇਹਨਾਂ ਥਾਵਾਂ ਤੇ ਤੁਸੀਂ ਆਇਲਸ ਪੀਟੀ ਨੂੰ ਲੈ ਕੇ ਲਗਭਗ ਕੁਛ ਹੱਦ ਤੱਕ ਅਸੀਂ ਟੋਇਫਲ ਵੀ ਸਟਾਰਟ ਕਰਨ ਜਾ ਰਹੇ ਹਾਂ। ਇਹਨੂੰ ਲੈ ਕੇ ਕੋਈ ਤੁਹਾਡੇ ਮਨ 'ਚ ਸਵਾਲ ਹੋਵੇ ਤਾਂ ਸਾਨੂੰ ਜ਼ਰੂਰ ਮਿਲ ਸਕਦੇ ਹੋ। ਸੋ ਸਵਾਲ ਵਾਪਸ ਸਟਰੀਟ ਉੱਥੇ ਹੀ ਆਉਂਦਾ ਹੈ। ਅੱਜ ਵੀ ਅਸੀਂ ਸ਼ਾਰਟਕਟ ਲੱਭ ਰਹੇ ਹਾਂ, ਡੈਸਟੀਨੇਸ਼ਨ ਵੱਲ ਨਹੀਂ ਤੁਰ ਰਹੇ। ਅੱਜ ਵੀ ਅਸੀਂ ਉਹ ਰਾਹ ਲੱਭ ਰਹੇ ਹਾਂ ਵੀ ਕੋਈ ਸ਼ਾਰਟਕਟ ਮਿਲ ਜਾਏ। ਮੈਂ ਛੋਟਾ ਹੁੰਦਾ ਸੀ, ਮੈਨੂੰ ਕਿਸੇ ਦੀ ਅੰਗਰੇਜ਼ੀ ਸਮਝ ਨਹੀਂ ਆਈ ਸੀ, ਉਹਨੇ 2 ਬਿੰਦੀਆਂ ਪਾਤੀਆਂ। ਕਹਿੰਦਾ ਦ ਸ਼ਾਰਟੈਸਟ ਲਾਈਨ, ਦ ਸ਼ਾਰਟੈਸਟ ਡਿਸਟੈਂਸ 2 ਪੁਆਇੰਟਸ ਇਜ਼ ਲਾਈਨ, ਕਿ 2 ਬਿੰਦੀਆਂ ਪਾ ਲਓ, ਉਸ ਤੋਂ ਸਭ ਤੋਂ ਛੋਟਾ ਰਸਤਾ ਇੱਕ ਸਿੱਧੀ ਲਕੀਰ ਹੈ। ਅਸੀਂ ਉਸ ਤੇ ਤੁਰਨਾ ਨਹੀਂ ਚਾਹੁੰਦੇ, ਆਪਾਂ ਤੇ ਤੁਰਨਾ ਚਾਹੁੰਦੇ, ਸਾਡੀ ਐਡ ਨਹੀਂ ਤੁਰਨ ਦਿੰਦੀ, ਸਾਡੇ ਵਾਲੇ ਨੂੰ ਐਡ ਨਹੀਂ ਤੁਰਨ ਦਿੰਦੀ। ਮੈਂ ਇੱਕ ਮੰਚ ਤੇ ਹੱਸ ਕੇ ਅੱਗੇ ਗੱਲ ਦੱਸੀ ਸੀ, ਇੱਕ ਕੰਸਲਟੈਂਟ ਬੱਚੇ ਨੂੰ ਪੁੱਛਿਆ ਤੇਰੀ ਰਿਫਿਊਜ਼ਲ ਕਿਵੇਂ ਹੋਈ, ਕੀ ਹੋਇਆ ਤੈਨੂੰ? ਕੰਸਲਟੈਂਟ ਨੇ ਕਿਹਾ ਕਿ ਕਹਿੰਦਾ ਜੀ ਮੇਰਾ ਕੰਸਲਟੈਂਟ ਕਹਿੰਦਾ ਮੇਰੇ ਕੋਲ ਜੁਗਾੜ ਹੈ। ਮੈਂ ਕਿਹਾ ਭਰਾ ਕੀ ਜੁਗਾੜ ਹੈ? ਕਹਿੰਦਾ ਸਾਡੇ ਕੋਲ ਮੈਕਸੀਕੋ ਦਾ ਆਈਪੀ ਹੈਗਾ, ਅਸੀਂ ਉਸ ਆਈਪੀ ਤੋਂ ਫਾਈਲ ਲਾ ਦਾਂਗੇ, ਫਾਈਲ ਲੈਟਨ ਅਮਰੀਕਾ ਦੀ ਹੋ ਜੂਗੀ, ਸਾਡੇ ਬੰਦ ਤੇ ਵੀਜ਼ਾ ਆ ਜਾਊਗਾ। ਤੇ ਮੈਂ ਕਿਹਾ ਭਰਾ ਫਿਰ ਜਿਹੜੇ ਕੈਨੇਡਾ ਸਾਡੇ ਆਈਆਰਸੀਸੀ ਵੀਰੇ ਬੈਠੇ ਆ ਉਹ ਤਾਂ ਸਾਰੇ ਉੱਥੇ ਬੈਠੇ, ਜੇ ਆਈਪੀਆਂ ਤੋਂ ਵੀਜ਼ੇ ਮਿਲਦੇ ਹੁੰਦੇ, ਜੇ ਪਾਸਪੋਰਟ ਨਹੀਂ ਦੇਖਣਾ ਵੀਜ਼ਾ ਅਫਸਰ ਨੂੰ, ਕੁਛ ਨਹੀਂ ਦੇਖਣਾ, ਉਹਨੂੰ ਇੱਕ ਆਈਪੀ ਦੇਖਣਾ, ਆਈਪੀ ਦੇ ਵੀਜ਼ੇ ਦੇ ਦੇਣੇ। ਸੋ ਪਰ ਮੈਂ ਕਹਿੰਦਾ ਜੀ ਸਕੀਮ ਪਾਣ ਵਾਲੀ ਤਾਂ ਕਾਮਯਾਬੀ ਹੈ, ਤੇ ਜਿਹੜਾ ਸਕੀਮ ਚ ਆ ਰਿਹਾ ਮੈਨੂੰ ਉਹ ਭਲਾ ਪੱਖ ਦੱਸੇ। ਸੋ ਮੇਰੀ ਮਾਪਿਓ ਕੀ ਇੱਕ ਰਿਕੁਐਸਟ ਹੈ ਜੀ, ਬੱਚੇ ਮੇਰੇ ਤੋਂ ਕਈ ਵਾਰੀ ਨਾਰਾਜ਼ ਹੋ ਜਾਂਦੇ ਆ, ਤੁਹਾਡੇ ਤੇ ਮਾਪਿਓ ਪੈਸੇ ਲਾਣ ਕਿਉਂ? ਤੁਹਾਡੇ ਤੋਂ ਇੱਕ 6 ਮਹੀਨੇ ਅੰਗਰੇਜ਼ੀ ਦਾ ਪੇਪਰ ਨਹੀਂ ਕਲੀਅਰ ਹੁੰਦਾ। ਅੱਜ ਆਪਾਂ ਪਿੱਛੇ ਦੇ ਕਿਸੇ ਚੈਨਲ ਤੇ ਨਿਊਜ਼ ਸੁਣ ਰਹੇ ਸੀਗੇ ਕਿ 2 ਬੱਚੇ 에어ਪੋਰਟ ਤੋਂ ਮੋੜ ਤੇ ਗਏ, ਬੇਸਿਕ ਅੰਗਰੇਜ਼ੀ 'ਚ ਨਹੀਂ ਗੱਲ ਕਰ ਸਕੇ ਰਾਈਟ। ਮੋੜ ਤੇ ਗਏ, ਉਹਨਾਂ ਨੇ ਪੀਆਰ ਵੇਲੇ ਵੀ ਇਹ ਸ਼ਜਰੇ ਖੋਲ ਲੈਣੇ ਆ, ਜਿਹੜੀ ਆਪਾਂ ਗੱਲਾਂ 'ਚ ਫਿਰ ਰਹੇ ਨਾ, ਪੀਆਰ ਵੇਲੇ ਵੀ ਇਹ ਸ਼ਜਰੇ ਖੋਲਣੇ ਆ ਵੀ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਬਿਲਕੁਲ ਬਿਲकुल। ਤੁਸੀਂ ਪੜ੍ਹਾਈ ਕੀਤੀ ਹੈ, 12ਵੀਂ ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ, ਫਿਰ ਜਾਣਾ ਕੈਨੇਡਾ ਯੂਐਸਏ ਪੜ੍ਹਨਾ ਹੈ ਤੇ ਅੰਗਰੇਜ਼ੀ ਅਸੀਂ ਬੋਲ ਨਹੀਂ ਸਕਦੇ ਤੇ ਕਿੱਦਾਂ ਸਾਡਾ ਵੀਜ਼ਾ ਆਏਗਾ? ਸੋ ਇਹ ਅੱਛਾ ਇੱਕ ਨਾ ਦੂਜਾ, ਜਦੋਂ ਕਈ ਵਾਰੀ ਪੇਰੈਂਟਸ ਨਾਰਾਜ਼ ਹੁੰਦੇ ਆ, ਕਈ ਵਾਰੀ ਮੈਨੂੰ ਬੁਰਾ ਵੀ ਲੱਗਦਾ ਇੱਕ ਮਾਪਿਓ, ਸਰ 6 ਈਟਸ ਰਿਜੈਕਟ ਕਿਉਂ ਕਰਤਾ? ਸੋ ਉਹਨਾਂ ਨੇ ਕਿੱਥੇ ਕਿਹਾ ਕਿ ਸਾਨੂੰ ਅੰਗਰੇਜ਼ੀ ਬੋਲਣ ਦੀ ਲੋੜ ਹੈ? ਭਰਾ ਅੰਗਰੇਜ਼ੀ ਇੱਕ ਪੈਰਾਮੀਟਰ ਹੈ, ਗੱਲ ਕਹਿੰਦੇ ਆ ਮੈਨੂੰ ਪਿਛਲੇ 3 ਸਾਲ ਹੋ ਗਏ, 4 ਸਾਲ ਹੋ ਗਏ, ਅੰਗਰੇਜ਼ੀ ਇੱਕ ਪਹਿਲੂ ਹੈ, ਅੰਗਰੇਜ਼ੀ ਇੱਕ ਸਪਰੇ ਹੈ ਜਾਂ ਅੰਗਰੇਜ਼ੀ ਇੱਕ ਚੀਜ਼ ਹੈ, ਅੰਗਰੇਜ਼ੀ ਕੱਲਾ ਆਧਾਰ ਨਹੀਂ ਹੈ। ਹਾਂ ਸਾਡੀ ਕਮਜ਼ੋਰੀ, ਸਾਡੇ ਤੋਂ ਪ੍ਰੈਪਰੇਸ਼ਨ ਚੱਜ ਨਾਲ ਨਹੀਂ ਕਰਾਈ ਜਾਂਦੀ, ਆ ਕਿੰਨਾ ਵੀ ਕਾਰਨਾ ਕਰਕੇ ਸਾਡੇ ਬੈਂਡ ਨਾ ਆਉਣ ਕਰਕੇ ਅਸੀਂ ਬੈਂਡ ਦੀ ਖੁਸ਼ੀ ਨੂੰ ਐਡੀ ਵੱਡੀ ਮੰਨ ਲੈਂਦੇ ਆ ਵੀ ਆਖੇ ਪਤਾ ਨਹੀਂ ਲਸ਼ਕੇ ਸਾਨੂੰ ਕੀ ਮਿਲ ਗਿਆ ਜੀ। ਬਿਲਕੁਲ ਜੀ ਬਿਲਕੁਲ। ਸੋ ਇੱਕ ਧਿਆਨ ਦੇਣਾ। ਅੱਛਾ ਸਰ, ਜਿਵੇਂ ਹੁਣ ਆਪਾਂ ਗੱਲ ਕੀਤੀ, ਕਾਲ ਆਈ ਸੀ 5:30 ਹਨਾ, ਕੈਨੇਡਾ ਤਾਂ ਮਨਾ ਹੀ ਹੈ ਹੁਣ, ਜਾਂ ਤਾਂ ਬੱਚਾ ਹੈਗਾ
ਆਪਣੀ ਆਇਲਸ ਇੰਪਰੂਵ ਕਰ ਲੈ ਆਇਲਸ ਵੀ ਕਰ ਲੈ ਰੀਤ, ਉਹ 2020 ਪਾਸ ਆਊਟ ਹੈ, ਗੱਲ ਇੱਥੇ ਹੀ ਆ ਰਹੀ ਹੈ। ਸਾਰਾ ਪੰਜਾਬ ਕਰੇ ਤੂੰ ਆਇਲਸ ਇੰਪਰੂਵ ਕਰਕੇ ਆ ਜਾ, ਭਰਾ ਮੇਰੇ ਗੈਪ ਕਿਵੇਂ ਜਸਟੀਫਾਈ ਕਰਨਾ, ਉਹਨਾਂ ਨੂੰ ਕੀ ਸਮਝਾਉਣਾ ਹੈ? ਇਹਨਾਂ ਨੇ ਕੋਈ ਹੋਰ ਆਪਸ਼ਨ ਨਹੀਂ ਹੈ, ਕੋਈ ਯੂਕੇ ਹੈਗਾ ਆਪਸ਼ਨ, ਨਿਊਜ਼ੀਲੈਂਡ ਐਕਸੈਪਟ ਕਰਤਾ ਰਾਈਟ, ਆਪਾਂ ਉੱਥੇ ਜਾਣਾ ਨਹੀਂ ਚਾਹੁੰਦੇ। ਯੂਕੇ ਦੀ ਗੱਲ ਤੁਸੀਂ ਇਹ ਸੋਚ ਲਓ ਵੀ ਯੂਕੇ 'ਚ ਭਾਰਤੀਆਂ ਦਾ ਜਿਹਨੂੰ ਕਹਿੰਦੇ ਆ ਵੀ ਕਿੱਡਾ ਕਪਾਰਾ ਰਿਸ਼ੀ ਸੁਨਕ ਉੱਥੇ ਪ੍ਰਧਾਨ ਮੰਤਰੀ ਦੀ ਰੇਸ ਦੇ ਵਿੱਚ ਹਾਰਦੇ ਨੇ, ਜਿੱਤਦੇ ਨੇ, ਭਾਰਤੀ ਮੂਲ ਦੇ ਨੇ। ਮੈਂ ਨਹੀਂ ਕਹਿੰਦਾ ਭਾਰਤ ਤੋਂ ਸਟੂਡੈਂਟ ਵੀ ਜਿੱਤੇ ਗਏ ਸੀ, ਉਹ ਕੱਲ ਨੂੰ ਕੋਈ ਨਵੀਂ ਐਡ ਸ਼ੁਰੂ ਹੋ ਜਾਏ ਵੀ ਮੈਂ ਭੇਜਿਆ ਸੀ ਉਹਨੂੰ, ਇਹੋ ਜਿਹੀ ਪੰਜਾਬ 'ਚ ਵੀ ਐਡ ਚੱਲ ਸਕਦੀ ਹੈ ਰਾਈਟ। ਸੋ ਭਾਰਤੀ ਮੂਲ ਦੇ ਉੱਥੇ ਨੇ, ਪਾਕਿਸਤਾਨੀ ਮੂਲ ਦੇ ਉੱਥੇ ਮੇਅਰ ਰਹੇ ਨੇ, ਕਈ ਮੰਤਰੀ ਸਾਡੇ ਮੂਲ ਦੇ ਨੇ। ਸੋ ਯੂਕੇ ਦੀ ਪੀਆਰ ਪਾਲਿਸੀ ਹਾਰਡ ਹੈ, ਬਿਲਕੁਲ ਹਾਰਡ ਹੈ, ਹਾਰਡ ਕੈਨੇਡਾ ਦੀ ਵੀ ਹੈ। ਜਿਹੜੇ ਬੱਚਿਆਂ ਨੇ ਕੈਨੇਡਾ 'ਚ ਪੀਆਰ ਦਿੱਤੀ ਉਹਨਾਂ ਨੂੰ ਪੁੱਛੋ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਭ ਦੀ ਪੀਆਰ ਵੱਟ ਤੇ ਪਈ ਸੀ, ਪੀਆਰ ਸਭ ਨੂੰ ਮਿਲ ਜਾਣੀ ਹੈ, ਇਹੋ ਜਿਹੀ ਕਿਸੇ ਗਲਤਫਹਿਮੀ ਦਾ ਸ਼ਿਕਾਰ ਨਾ ਹੋਵੋ ਰਾਈਟ। ਯੂਕੇ ਨੂੰ ਬੰਦਿਆਂ ਦੀ ਲੋੜ ਹੈ ਰਾਈਟ, ਬਟ ਕਿੰਨਾ ਦੀ ਲੋੜ ਹੈ? ਅਸੀਂ ਅੱਜ ਯੂਕੇ 'ਚ ਸਟੈਮ ਦੀ ਗੱਲ ਹੀ ਨਹੀਂ ਕਰਦੇ। ਯੂਕੇ 20 ਪਾਸ ਆਊਟ ਬੱਚਾ ਜਾ ਕੇ ਆਈਟੀ ਦੀ ਡਿਗਰੀ ਕਰਕੇ ਪੀਆਰ ਦੀ ਲਾਈਨ 'ਚ ਖੜੇ ਹੋਣ ਦੀ ਕੋਸ਼ਿਸ਼ ਕਰ ਸਕਦਾ, ਬਟ ਆਪਣਾ ਇੱਕੋ ਜਵਾਬ ਹੁੰਦਾ ਸਰ ਪੜ੍ਹਨਾ ਪੈਣਾ। ਸਾਨੂੰ ਇਹ ਲੱਗਾ ਵੀ ਕੈਨੇਡਾ ਦੇ ਵਿੱਚ 2018-19 ਦੇ ਵਿੱਚ ਬੱਚਿਆਂ ਦੀ ਟਰੱਕਿੰਗ ਦੇ ਵਿੱਚ LMIA ਲੈ ਕੇ ਪੀਆਰ ਬਹੁਤ ਹੋ ਗਈ ਵੀ ਕੈਨੇਡਾ ਆ ਕੇ ਕੁਝ ਕਰਨਾ ਹੀ ਨਹੀਂ ਪੈਣਾ। ਏਦਾਂ ਹੀ ਆਸਟ੍ਰੇਲੀਆ ਨੇ 2007 ਚ ਇੱਕ ਦਿਨ ਪੀਆਰ ਦੇ ਦਰਵਾਜ਼ੇ ਬੰਦ ਕੀਤੇ ਸੀ, ਅੱਜ ਤਾਈਂ ਨਹੀਂ ਖੋਲੇ। ਜੀ ਸਰ ਕਾਲਰ ਲੈਣੇ ਆ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹਰਪਾਲ ਸਿੰਘ ਸਰ, ਪਟਿਆਲਾ ਤੋਂ ਪੂਰੀ ਗੱਲ ਕਰ ਰਹੀ ਹਾਂ। ਹਾਂਜੀ ਪਟਿਆਲਾ ਤੋਂ ਗੱਲ ਕਰ ਰਹੇ ਹੋ, ਕੀ ਨਾਮ ਹੈ? ਸੌਰੀ ਹਾਂਜੀ ਸੋਨੀਆ ਨਾਮ। ਹਾਂਜੀ ਦੱਸੋ ਸੋਨੀਆ, ਕੀ ਸਵਾਲ ਹੈ? मैम मैंने प्लस टू की है, 80 ईयर्स की है, 80% मेरे मार्क्स है, आर्ट्स की है। ठीक है ठीक है। हेलो ਹਾਂਜੀ ਹਾਂਜੀ ਦੱਸੋ। ਟੀਵੀ ਤੋਂ ਸੋਨੀਆ ਥੋੜਾ ਦੂਰ ਹੋ ਕੇ ਗੱਲ ਕਰੋ ਜੀ। मैंने आर्ट्स की है, रिसर्च की है, ਤੇ 80% ਮੇਰੇ ਮਾਰਕਸ ਹੈ, ਮੈਂ ਵਿਦਆਊਟ ਆਇਲਸ ਜਾਣਾ ਚਾਹੁੰਦੀ ਹਾਂ ਯੂਕੇ। ਇੰਗਲਿਸ਼ ਕਿੰਨੇ ਮਾਰਕਸ ਹੈ ਤੇ ਬੋਰਡ ਕਿਹੜਾ ਹੈ? ਹਾਂਜੀ ਸਰ 80%। ਇੰਗਲਿਸ਼ 'ਚ 80% ਹੈ, ਬੋਰਡ ਕਿਹੜਾ? ਪੰਜਾਬ ਬੋਰਡ, CBSE? ਹਾਂਜੀ ਸਰ ਪੰਜਾਬ ਬੋਰਡ। ਬਿਲਕੁਲ ਜਾ ਸਕਦੇ ਹੋ, ਬਟ ਆਇਲਸ ਦੀ ਕਦੇ ਤਿਆਰੀ ਨਹੀਂ ਕੀਤੀ। ਜੇ ਯੂਕੇ ਹੀ ਜਾਣਾ ਹੈ ਤਾਂ ਬਿਲਕੁਲ ਜਾ ਸਕਦੇ ਹੋ, ਪਰ ਇੱਕ ਗੱਲ ਯਾਦ ਰੱਖਿਓ, ਯੂਕੇ ਵਿਦਆਊਟ ਆਇਲਸ ਵਿਦਆਊਟ ਇੰਗਲਿਸ਼ ਨਹੀਂ ਹੈ ਰਾਈਟ। ਜੇ ਬੇਸਿਕ ਫੰਕਸ਼ਨਲ ਇੰਗਲਿਸ਼ ਹੈਗੀ ਆਪਣੇ ਆਪ ਤੇ ਇੰਨਾ ਭਰੋਸਾ ਕਿ ਮੈਂ ਪੜ੍ਹ ਲਾਂਗੀ, ਕਿਉਂਕਿ ਹਰ ਬੱਚੇ ਨੇ, ਮੈਂ ਇੱਕ ਬੱਚੇ ਨੂੰ ਹੱਸ ਰਿਹਾ ਸੀਗਾ, ਮੈਂ ਕਿਹਾ ਪਲੱਸ 2 ਕੀਤੀ ਹੈ, ਬੀਟੈਕ ਕੀਤੀ ਹੈ, BCom ਕੀਤੀ ਹੈ, ਕਹਿੰਦਾ ਜੀ ਕੀਤੀ ਮੈਂ ਅੰਗਰੇਜ਼ੀ 'ਚ ਕੀਤੀ ਹੈ। ਮੈਂ ਕਿਹਾ ਉਸ 'ਚ ਮੋਡਿਊਲ ਕਿਹੜੇ ਕਿਹੜੇ ਸੀ? ਰਾਈਟਿੰਗ, ਰੀਡਿੰਗ, ਲਿਸਨਿੰਗ, ਸਪੀਕਿੰਗ, ਇਸ ਤੋਂ ਇਲਾਵਾ ਮੋੜ ਤਾਂ ਨਹੀਂ ਸੀਗਾ। ਕਿਸੇ ਨੇ ਸਾਰਿਆਂ ਨੂੰ ਪੰਜਾਬੀ ਦੇ ਵਿੱਚ ਆਪਾਂ ਨਹੀਂ ਜਵਾਬ ਦੇ ਕੇ ਪੂਰੇ ਕਰ ਬੀਟੈਕ BA ਕਰ ਲਈ। ਸੋ ਲੈਂਗੁਏਜ ਦੀ ਵਰਤੋਂ ਉਹੀ ਹੈ, ਇਹੀ ਚਾਰੋਂ ਮੋਡਿਊਲ ਨੇ। ਜੇ ਕੋਈ ਪੰਜਾਬੀ ਦਾ ਆਇਲਸ ਨਿਕਲੇ ਉਹਦੇ 'ਚ ਵੀ ਚਾਰੋਂ ਹੀ ਹੋਣਗੇ, ਭਾਸ਼ਾ ਦੀ ਪੰਜਵੀਂ ਵਰਤਾ ਹੀ ਕੋਈ ਨਹੀਂ ਹੈ ਰਾਈਟ। ਸੋ ਭਾਸ਼ਾ ਜਾਂ ਸੁਣਾਂਗੇ ਜਾਂ ਲਿਖਾਂਗੇ ਜਾਂ ਪੜਾਂਗੇ ਜਾਂ ਬੋਲਾਂਗੇ ਰਾਈਟ। ਸੋ ਜੇ ਆਪਾਂ ਨੂੰ ਕੌਨਫੀਡੈਂਸ ਹੈ ਕਿ ਆਪਾਂ ਇੰਗਲਿਸ਼ ਬੋਲ ਸਕਦੇ ਹਾਂ, ਵਰਤੋਂ ਕਰ ਸਕਦੇ ਹਾਂ, ਬਿਨਾਂ ਸ਼ੱਕ ਯੂਕੇ ਵਿਦਆਊਟ ਆਇਲਸ ਅਪਲਾਈ ਕਰ ਲਓ, ਕੋਈ ਮੇਜਰ ਪ੍ਰੋਬਲਮ ਨਹੀਂ ਹੈ। ਬਟ ਜੇ ਲੱਗਦਾ ਨਾ ਮੈਨੂੰ ਸਮਝ ਆਉਣੀ ਹੈ ਨਾ ਮੇਰੇ ਤੋਂ ਲਿਖੋ ਨਹੀਂ ਭਾਈ, ਧੱਕਾ ਹੀ ਹੈ, ਫਿਰ ਸੋਚ ਲਓ ਜਾ ਕੇ ਵੀ ਧੱਕਾ ਹੀ ਹੈ। ਫਿਰ ਜਾ ਕੇ ਵੀ ਉੱਥੇ ਕੋਈ ਬਹੁਤ ਵੱਡੇ ਜਿਹਨੂੰ ਪੰਜਾਬੀ ਕਹਿੰਦੇ ਖੂਨ ਨਹੀਂ ਖੋਲਣੇ ਹੋਣਾ, ਉੱਥੇ ਵੀ ਆਪਣੇ ਨਾਲ ਧੱਕਾ ਹੀ ਹੈ ਰਾਈਟ। ਬਟ ਅੱਜ ਪਤਾ ਗੱਲ ਕੀ ਰਹੀ, ਬਹੁਤ ਸਾਰੇ ਵਿਆਹੇ ਜੋੜੇ ਨੇ ਜਿਨ੍ਹਾਂ ਨੂੰ ਕੈਨੇਡਾ ਤੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਣਾ ਜਾਂ ਕਰਨਾ ਪੈ ਗਿਆ। ਬਟ ਹਾਂ ਸੌਰੀ ਇੱਥੇ ਮਿੰਟ ਲਾਉਂਗਾ, ਸਪਾਊਸ ਓਪਨ ਵਰਕ ਪਰਮਿਟਸ ਦਾ ਸਕਸੈਸ ਰੇਟ ਬਹੁਤ ਇੰਪਰੂਵਾਈਜ਼ ਹੋਇਆ, ਬਹੁਤ ਵੱਡੇ ਪੱਧਰ ਤੇ ਗ੍ਰਾਂਟਸ ਵੀ ਹੈ, ਡਿਕਲਾਈਨ ਵੀ ਆਈ ਹੈ। ਮੇਰੇ ਆਪ ਦੇ ਘਰ 'ਚ ਮੇਰੇ ਆਪ ਦੇ ਰਿਸ਼ਤੇਦਾਰ ਦੀ ਡਿਕਲਾਈਨ ਆ ਗਈ, ਲੋਕਾਂ ਦੇ ਵੀਜ਼ੇ ਆ ਗਏ। ਓਕੇ ਸੋ ਮੇਰੇ ਯਾਰ ਮਿੱਤਰ ਦੇ ਬੇਟੇ ਦਾ ਮੇਰੇ ਤੋਂ ਡਿਕਲਾਈਨ ਆਇਆ, ਬਟ ਉੱਥੇ ਲੋਕਾਂ ਦੇ ਵੀਜ਼ੇ ਆ ਗਏ। ਉਹ ਵੀ ਕੀ ਦੇਖ ਰਿਹਾ, ਜੇ ਤੁਹਾਡਾ ਕੰਮ ਤੇ ਹੈ ਪਾਰਟਨਰ, ਜਿਹੜਾ ਤੁਹਾਡਾ ਲਾਈਫ ਪਾਰਟਨਰ ਹੈ, ਚਾਹੇ ਉੱਥੇ ਲੜਕੀ ਹੈ ਚਾਹੇ ਲੜਕਾ ਹੈ, ਜੇ ਉਹ ਵਰਕ ਵੀਜ਼ੇ ਤੇ ਹੈ ਤਾਂ ਉਹ A ਜਾਂ B ਕੈਟਾਗਰੀ ਦੇ ਵਿੱਚ ਹੋਣਾ ਚਾਹੀਦਾ ਰਾਈਟ। ਸੋ ਪੁਆਇੰਟ ਇਹ ਹੈ ਕਿ ਜੇ ਉਹ ਸਟੂਡੈਂਟ ਤੇ ਹੈ ਫਿਰ ਇਟ ਡਸਨਟ ਮੈਟਰ, ਬਟ ਜੇ ਤੁਹਾਡੀ ਨੌਕ A ਜਾਂ B ਦੀ ਜੌਬ ਨਹੀਂ ਹੈ ਤਾਂ ਸਪਾਊਸ ਡਿਪੈਂਡੈਂਟ ਨੂੰ ਪੋਸਟ ਸਟੱਡੀ ਵਰਕ ਦਾ ਪਾਰਟਨਰ ਹੈ, ਵੀਜ਼ਾ ਗ੍ਰਾਂਟ ਨਹੀਂ ਕੀਤਾ ਜਾਣਾ। ਅੱਜ ਵੀਜ਼ਾ ਨਾਲ ਕਿੱਥੇ ਜਾ ਸਕਦਾ? ਯੂਕੇ ਅੱਜ ਵੀ ਸਪਾਊਸ ਨੂੰ ਨਾਲ ਜਾਂਦਾ, ਸਾਲ ਪੁਰਾਣਾ ਵਿਆਹ ਨਹੀਂ ਮੰਗਦਾ। ਅੱਜ ਵੀ ਆਸਟ੍ਰੇਲੀਆ ਸਾਲ ਪੁਰਾਣਾ ਵਿਆਹ ਮੰਗਦਾ ਹੈ, ਦੋਨਾਂ ਦੀ ਕੁਆਲੀਫਿਕੇਸ਼ਨ ਚੈੱਕ ਕਰਦਾ। ਸੋ ਕੰਡੀਸ਼ਨਸ ਅੱਜ ਵੀ ਮੁਲਕਾਂ ਦੇ ਲਗਭਗ ਸੇਮ ਨੇ ਜੋ ਪਹਿਲਾਂ ਸੀਗੀਆਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਗੱਲ ਕਰ ਰਹੇ ਹੋ, ਕੀ ਸਵਾਲ? ਹਾਂਜੀ ਭਾਜੀ ਦੱਸੋ ਜੀ, ਕੀ ਪੁੱਛਣਾ ਹੈ? ਹਾਂਜੀ ਭਾਜੀ ਕੀ ਸਵਾਲ ਹੈ ਜੀ ਤੁਹਾਡੇ ਮਨ 'ਚ? ਨੂਰ ਰਾਣੀ ਕਿਹੜੀ ਕੰਟਰੀ ਗਈ ਹੋਈ ਭਾਜੀ? ਓਕੇ, ਕਿਹੜੇ ਵਰੇ 'ਚ ਗਈ ਸੀ ਭਾਜੀ ਨੂਰ ਰਾਣੀ? ਤੁਹਾਡੀ ਆਵਾਜ਼ ਨਹੀਂ ਸਮਝ ਆ ਰਹੀ, ਫਾਈਲ ਲਾਈ ਹੋਈ ਸੀ, ਕੀ ਕਹਿ ਰਹੇ ਹੋ? ਫਾਈਲ ਆਪਣੇ ਬੇਟੇ ਦੀ ਲਗਾਈ ਸੀ ਤੁਸੀਂ? ਹਾਂਜੀ ਸਾਡੇ ਲਵਿਓ ਲਾਈ ਹੋਈ ਫਾਈਲ
ਮੇਬੀ ਉਹਨਾਂ ਦੇ ਬੇਟੇ ਦੀ ਫਾਈਲ ਨਹੀਂ ਜੇ ਸਾਡੇ ਤੋਂ ਫਾਈਲ ਲਈ ਹੈ, ਕੀ ਜਾਣਨਾ ਚਾਹੁੰਦੇ ਹੋ ਵੀਰੇ? ਅਸੀਂ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਜੀ ਉਹਨਾਂ ਨੇ ਨਾ ਸਾਡੀ ਵੋਟ ਦੇ ਉੱਤੇ ਫਾਇਲ ਆਈ ਹੋਈ ਜੀ ਆਪਣੇ ਘਾਟੇ ਦੀ। ਠੀਕ ਹੈ ਜੀ। ਉਹਨਾਂ ਨੇ ਸਾਨੂੰ ਜਾਣ ਪੁੱਛਿਆ ਜੀ ਤੁਸੀਂ ਪਿੱਛੋਂ ਤੋਂ ਬੈਕ ਹੋ ਜੀ 5 ਸਾਲ ਪਿੱਛੋਂ ਕੀ ਕਰਨਾ? ਅਸੀਂ ਕਿਸੇ ਕੋਈ ਫਾਇਲ ਦਾ ਵੀ ਕਿਹਦੇ ਬਾਈ ਜੀ ਰੇਂਜ 'ਚ ਆ ਕੇ ਗੱਲ ਕਰ ਲਓ, ਮੈਨੂੰ ਇਹੀ ਸਮਝ ਆ ਪਾ ਰਿਹਾ ਵੀ ਉੱਥੋਂ ਉਹਨਾਂ ਨੇ ਤੁਹਾਡੀ ਫਾਈਲ ਲਾਈ ਹੋਈ ਹੈ ਬੇਟੇ ਦੀ, ਬਹੂ ਰਾਣੀ ਆਪਦੀ ਕੈਨੇਡਾ, ਇਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਭਾਜੀ। ਥੋੜਾ ਰੇਂਜ 'ਚ ਆ ਜਾਓ, ਫਿਰ ਉਸ ਤੋਂ ਬਾਅਦ ਵੱਡੇ ਵੀਰ ਥੋੜਾ ਜਿਹਾ ਰੇਂਜ 'ਚ ਆ ਜਾਓ ਜੀ। ਠੀਕ ਹੈ ਜੀ ਬੇਟਾ। ਸੋ ਹੁਣ ਥੋੜਾ ਰੇਂਜ 'ਚ ਆ ਜਾਓ ਜੀ, ਕਾਲ ਹੋਲਡ ਰੱਖ ਦਿਓ ਕਿਉਂਕਿ ਤੁਹਾਡਾ ਸਵਾਲ ਥੋੜਾ ਉਲਝਣਦਾਰ ਲੱਗ ਰਿਹਾ। ਦੱਸੋ ਜੀ ਕੀ ਉਹਨਾਂ ਨੇ ਕਿਹਾ ਹੈ? ਸਾਡੇ ਕੋਲ ਮੇਰਾ ਵੀ ਰਜਿਸਟਰੀ ਪੁੱਤਰ ਆਪਣੇ ਜਿਹੜੇ ਨੇ ਜਿਹੜਾ 5 ਸਾਲ ਦੇ ਬੈਨ ਹੋ 5 ਸਾਲ ਦੀ ਬੈਨ, ਉਹ ਕਿਉਂ? ਪਤਾ ਨਹੀਂ ਕਿ ਉਹਨਾਂ ਨੂੰ ਫਾਇਲ ਕਰੀ ਜਾਂਦੀ ਹੈ, ਉਹ ਤੋਂ ਬੜਾ ਨਹੀਂ ਹੋਗਾ। ਬ੍ਰਦਰ ਫਾਈਲ ਕਿੰਨਾ ਤੋਂ ਲਵਾਈ ਸੀ? ਹਾਂਜੀ ਫਾਈਲ ਏਜੰਟ ਕਿਹੜੇ ਤੋਂ ਲਵਾਈ ਸੀ? ਬ੍ਰਦਰ ਬਹੁਤ ਜ਼ਿਆਦਾ ਸੰਗੀਨ ਮਸਲਾ ਹੈ। 5 ਸਾਲ ਦਾ ਬੈਨ ਲੱਗਣਾ ਔਰ ਉਹ ਤੋੜਨਾ ਲਗਭਗ ਨਾਮੁਮਕਿਨ ਦੇ ਬਰਾਬਰ ਹੈ। ਰਾਈਟ, ਸੋ ਇਹਨੂੰ ਹਲਕੇ ਹੱਥੀ ਨਾ ਲਓ। ਇੱਕ ਸਪਾਊਸ ਪਾਰਟਨਰ ਤੇ 5 ਸਾਲ ਦਾ ਬੈਨ ਲੱਗਣਾ ਰੇਟ ਇਜ਼ ਆਲਮੋਸਟ ਅਨੂ, ਰਾਈਟ। ਜਾਂ ਤਾਂ ਮੈਰਿਜ ਆਫ ਸ਼ੈਮ ਡਿਕਲੇਅਰ ਕੀਤੀ ਉਹਨਾਂ ਨੇ, ਜਾਂ ਡਾਕੂਮੈਂਟੇਸ਼ਨ ਕੋਈ ਇੰਪ੍ਰੋਪਰ ਲੱਗੀ ਹੈ, ਰਾਈਟ। ਜਾਂ ਤੁਹਾਡੇ ਕੋਈ ਨਕਲੀ ਦਸਤਾਵੇਜ਼ ਲੱਗੇ ਨੇ, ਜਾਂ ਉਹਨਾਂ ਨੂੰ ਵਿਆਹ ਨੂੰ ਨਕਲੀ ਸਾਬਤ ਕੀਤਾ। ਸੋ ਇਹਨੂੰ ਥੋੜਾ ਸੰਜੀਦਾ ਲਿਓ। ਮੈਨੂੰ ਪਤਾ ਹੈ ਵੀ ਇਹ ਹਰ ਪਰਿਵਾਰ ਵਾਸਤੇ ਜੀਵਨ ਮਰਨਾ ਹੈ, ਹਰ ਪਰਿਵਾਰ ਵਾਸਤੇ ਇੱਕ ਬੜਾ ਵੱਡਾ ਝਟਕਾ ਸਦਮੇ ਦਾ ਕਾਰਨ ਬਣਦਾ ਹੈ ਜਦੋਂ ਬੱਚੇ ਦੀ ਰਿਫਿਊਜ਼ਲ ਆਉਂਦੀ ਹੈ। ਬਟ ਰਿਫਿਊਜ਼ਲ ਗੱਲ ਅੱਡ ਹੈ। ਇਹ ਇੱਕ 5 ਸਾਲ ਦਾ ਜਿਹੜਾ ਬੈਨ ਹੈ, ਇਹ ਥੋੜਾ ਜਿਹਾ ਕੋਈ ਟੈਕਨੀਕਲ ਐਡਵਾਈਸ ਲੈ ਕੇ, ਚੰਗਾ ਕੰਸਲਟੈਂਟ ਲੈ ਕੇ, ਜੇ ਲੋੜ ਪਏ ਉੱਥੇ ਲਾਇਰ ਕਰੋ, ਉੱਥੇ ਉਹਨਾਂ ਦੀ ਕੋਰਟ ਦੇ ਵਿੱਚ ਜਾਓ। ਜੇ ਤੁਸੀਂ ਸੇਵਾਵਾਂ ਚਾਹੁੰਦੇ ਹੋ, ਮੈਂ ਵੀ ਤੁਹਾਨੂੰ ਨੰਬਰ ਦੇ ਸਕਦਾ ਉਹਨਾਂ ਵਕੀਲਾਂ ਦਾ ਜਿਹੜੇ ਕੋਰਟਸ ਦੇ ਵਿੱਚ ਕੇਸਿਸ ਨੂੰ ਹੈਂਡਲ ਕਰਦੇ ਆ। ਬਟ ਜੇ ਤੁਹਾਨੂੰ ਲੱਗਦਾ ਹੈ ਉੱਥੇ ਕੋਰਟ ਦੇ ਵਿੱਚ ਵੀ ਜਾਓ, ਬੈਨ ਨੂੰ ਤੋੜੋ, ਉਹਨੂੰ ਫੈਡਰਲ ਕੋਰਟ 'ਚ ਚੈਲੰਜ ਕਰੋ। IRCC ਕੰਸਲਟੈਂਟ ਇਕੱਲਾ ਹੈਲਪ ਨਹੀਂ ਕਰ ਪਾਏਗਾ, ਉਹਦੇ ਲਈ ਤੁਹਾਨੂੰ ਉੱਥੇ ਬੈਰਿਸਟਰ ਕਰਨਾ ਪਊਗਾ। ਚੰਗੀ ਕੋਰਟ ਦੇ ਵਿੱਚ ਜਾ ਕੇ ਤੁਸੀਂ ਆਪ ਦੀ ਜੱਜਮੈਂਟ ਲਓ। ਆਪਣੇ ਬੱਚੇ ਤੇ ਲੱਗਾ ਹੋਇਆ ਬੈਨ ਤੋੜਨ ਦੀ ਪੂਰੀ ਕੋਸ਼ਿਸ਼ ਜ਼ਰੂਰ ਕਰੋ। ਬਿਲਕੁਲ ਜੀ, ਬਹੁਤ ਵਾਕਈ ਝਟਕਾ ਹੈਗਾ। ਇਵਨ ਰੀਜ਼ਨ ਤੁਸੀਂ ਦੱਸ ਹੀ ਦਿੱਤੇ ਕਿ ਦੇਖੋ, ਜਦੋਂ ਫਾਈਲ ਲੌਜ ਹੁੰਦੀ ਹੈ ਨਾ, ਆਪਾਂ ਨੂੰ ਕੀ ਲੱਗਦਾ ਹੈ ਕਿ 4 ਕਾਗਜ਼ ਲਾਣੇ ਲਾਤੇ ਜਾਂ ਐਮਬੈਸੀ ਕਿਹੜਾ ਚੈੱਕ ਕਰਦੀ ਹੈ। ਸੋ ਇੱਕ ਧਾਰਨਾ ਪਤਾ ਕੀ ਬਣ ਚੁੱਕੀ, ਐਮਬੈਸੀ ਕਿਹੜਾ ਕੁਝ ਚੈੱਕ ਕਰਦੀ ਹੈ, ਰਾਈਟ। ਸੋ ਉਸੇ ਧਾਰਨਾ ਦੇ ਸਦਕੇ, ਉਸੇ ਧਾਰਨਾ ਦੇ ਕਾਰਨ ਹੀ ਅੱਜ ਇਹ ਰਿਫਿਊਜ਼ਲ ਦਾ ਜਿਹੜਾ ਵੱਡਾ ਵਪਾਰ ਹੈ ਇਹ ਚੱਲ ਰਿਹਾ। ਬਿਲਕੁਲ। ਹੈਲੋ ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਹੈਲੋ, ਪਲੀਜ਼ ਰੇਂਜ ਆ ਕੇ ਗੱਲ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਗੱਲ ਕਰ ਰਹੇ ਹੋ, ਕੀ ਸਵਾਲ ਹੈ? ਹਾਂਜੀ ਦੱਸੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਠੀਕ ਹੈ। +2 ਨਾਨ ਮੈਡੀਕਲ ਕਿਹੜੇ ਸਾਲ 'ਚ? ਕਿਹੜੇ ਸਾਲ 'ਚ +2 ਕੀਤੀ ਹੈ? ਹੁਣੇ ਕੀਤੀ। ਆਇਲਸ ਕਰ ਲਿਆ? ਭਾਜੀ ਸਵਾਲ ਕੀ ਹੈ ਮਨ 'ਚ, ਔਰ ਬੱਚੇ ਦੇ +2 'ਚ ਮਾਰਕਸ ਕਿੰਨੇ ਹੈ? ਵੈਰੀ ਗੁੱਡ। ਭਾਜੀ ਯੂਨੀਵਰਸਿਟੀ ਭੇਜਣਾ ਚਾਹੁੰਦੇ ਹੋ, ਕਾਲਜ ਭੇਜਣਾ ਚਾਹੁੰਦੇ ਹੋ? ਭਾਜੀ ਯੂਨੀਵਰਸਿਟੀ, ਕਾਲਜ ਜਾਂ ਕੋਈ ਸਪੈਸਿਫਿਕ ਪ੍ਰੋਵਿੰਸ? ਭਾਜੀ ਯੂਨੀਵਰਸਿਟੀ, ਕਾਲਜ ਜਾਂ ਕੋਈ ਸਪੈਸਿਫਿਕ ਪ੍ਰੋਵਿੰਸ ਭੇਜਣਾ ਚਾਹੁੰਦੇ ਹੋ? 96% ਵਾਲਾ ਬੱਚਾ, 96% ਵਾਲਾ ਬੱਚਾ ਸਕਾਲਰਸ਼ਿਪਸ ਲਈ ਐਲੀਜੀਬਲ ਹੈ, ਯੂਨੀਵਰਸਿਟੀਜ਼ ਲਈ ਐਲੀਜੀਬਲ ਹੈ, ਵੇਵਰਸ ਲਈ ਐਲੀਜੀਬਲ ਹੈ। ਸੋ ਮੈਨੂੰ ਤੁਸੀਂ ਜਲੰਧਰ ਬ੍ਰਾਂਚ ਆ ਕੇ ਮਿਲ ਸਕਦੇ ਹੋ। ਜੇ ਮੈਂ ਨਾ ਹੋਵਾਂ ਤਾਂ ਸਵਾਤੀ ਮੈਡਮ ਹੁੰਦੇ ਆ ਉੱਥੇ, ਸੋ ਮਿਲ ਸਕਦੇ ਹੋ। ਔਰ ਤੁਹਾਡੇ ਵਰਗੇ ਬੱਚਿਆਂ ਲਈ ਸਾਡੀ ਸੇਵਾਵਾਂ ਜਿਹੜੀਆਂ ਨੇ ਉਹ ਬਿਲਕੁਲ ਨਿਸ਼ੁਲਕ ਨੇ, ਬਿਲਕੁਲ ਮੁਫਤ ਨੇ, ਔਰ ਬਲਕਿ ਸਕਾਲਰਸ਼ਿਪ ਦਿਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ। ਕੁਆਲਿਟੀ ਇੰਸਟੀਚਿਊਟਸ ਕੁਆਲਿਟੀ ਬੱਚੇ ਭਾਲਦੀਆਂ, ਰਾਈਟ। ਐਂਡ ਬਟ ਪ੍ਰੋਬਲਮ ਇਹ ਆਊਗੀ ਜੇ ਤੇ ਬੈਂਡ 6 ਆਈ ਤੇ 5.5 ਦਾ ਮੀਨਸ ਰਿਫਿਊਜ਼ਲ ਹੈ, ਰਾਈਟ। ਕਿ ਕੱਲਾ 96% ਦੇਖ ਕੇ ਐਂਡ 96 ਵਾਲੇ ਬੱਚੇ ਦੇ 7.5 ਬੈਂਡਸ ਆ ਜਾਣਗੇ, ਬਸ਼ਰਤੇ ਇੱਕ ਚੰਗੀ ਅਕੈਡਮੀ ਤੋਂ ਪੜ ਰਿਹਾ, ਚੰਗੇ ਕੌਨਫੀਡੈਂਸ ਨਾਲ ਪੜ ਰਿਹਾ, ਇਹਦੇ 7.5 ਬੈਂਡ ਬੰਦੇ ਨੇ, ਰਾਈਟ। ਸੋ ਉਮੀਦ ਕਰਦਾ ਤੁਹਾਨੂੰ ਤੁਹਾਡਾ ਆਨਸਰ ਮਿਲ ਗਿਆ ਹੋਊਗਾ। ਨਹੀਂ ਤਾਂ ਦੁਬਾਰਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਲਿਖੇ ਹੋਏ ਨੰਬਰ ਤੇ, ਮੇਰੇ ਨਾਲ ਅਪਾਇੰਟਮੈਂਟ ਫਿਕਸ ਕਰਕੇ ਮੈਨੂੰ ਮਿਲਣਾ ਚਾਹੋ ਤਾਂ ਮਿਲ ਵੀ ਜ਼ਰੂਰ ਸਕਦੇ। ਬਿਲਕੁਲ ਜੀ, ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਸ਼ੋਅ ਚੱਲ ਰਿਹਾ। ਹੁਣ ਵੀ ਕਾਲ ਕਰੋ। ਬਾਈ ਚਾਂਸ ਤੁਹਾਡੀਆਂ ਕਾਲਸ ਨਹੀਂ ਮਿਲ ਪਾਉਂਦੀਆਂ, ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਗੋ ਗਲੋਬਲ ਦੇ ਨੰਬਰ ਤੁਹਾਡੇ ਕੋਲ ਆ ਗਏ ਨੇ। ਇਹਨੂੰ ਅੱਛੇ ਤਰੀਕੇ ਦੇ ਨਾਲ ਡਾਇਰੀ ਪੈਨ ਤੇ ਨੋਟ ਕਰਕੇ ਰੱਖ ਲਓ। ਹੈਲੋ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ, ਕੌਣ ਗੱਲ ਕਰ ਰਹੇ ਹੋ? ਹਾਂਜੀ, ਕੀ ਸਵਾਲ ਹੈ ਜੀ ਤੁਹਾਡੇ ਮਨ ਦੇ ਵਿੱਚ, ਕੀ ਪੁੱਛਣਾ ਚਾਹੁੰਦੇ ਹੋ?
ਸਰ ਮੈਂ ਕੈਨੇਡਾ ਦੇ ਲਈ ਅਪਲਾਈ ਕਰਦਾ ਮੇਰੇ ਆਈਐਲਟਸ ਦੇ ਵਿੱਚ ਲਿਸਨਿੰਗ 6.5 ਹੈ ਬਾਕੀ ਮੋਡਿਊਲ ਵਿੱਚ 6 ਹੈ ਓਵਰਆਲ ਵੀ 6 ਹੈ ਐਂਡ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਸਰ ਮੈਂ 2019 ਦੇ ਵਿੱਚ ਐਮਏ ਸਾਈਕੋਲੋਜੀ ਕੀਤੀ ਹੈ ਰਾਈਟ। ਉਸ ਤੋਂ ਬਾਅਦ ਹੁਣ ਤੱਕ ਮੈਂ ਗਵਰਨਮੈਂਟ ਹਸਪੀਟਲ ਦੇ ਵਿੱਚ ਐਜ਼ ਅ ਕਾਉਂਸਲਰ ਜੌਬ ਕਰ ਰਹੀ ਸੀ ਮੇਰੇ ਕੋਲੇ ਪ੍ਰੋਗਰਾਮਸ ਵੀ ਹੈ, ਮਾਸਟਰਸ ਵੀ ਹੈ, ਪੋਸਟ ਗ੍ਰੈਜੂਏਟ ਵੀ ਹੈ, ਪੋਸਟ ਬੈਕਲਰੇਟ ਵੀ ਹੈ, ਬਟ ਸਵਾਲ ਇਹ ਆਏਗਾ ਕਿ ਆਪਾਂ ਕਾਉਂਸਲਿੰਗ ਕਰਨੀ ਹੈ, ਬੈਂਡਸ ਇੰਨੇ ਲੋ ਕਿਉਂ ਹੈ? ਰਾਈਟ। ਆਪਾਂ ਆਇਲਸ ਦੀ ਤਿਆਰੀ ਕਿੰਨੀ ਵਾਰੀ ਕੀਤੀ ਹੈ? ਸਰ ਆਈਐਲਟਸ ਮੈਂ 2 ਵਾਰ ਕੀਤੀ ਹੈ ਕਿਉਂਕਿ ਇੱਕ ਦੇ ਵਿੱਚ ਮੇਰੇ ਲਾਸਟ ਟਾਈਮ ਜੋ ਅਟੈਂਪਟ ਕੀਤਾ ਸੀ ओवरऑल 6.5 ਸੀਗੇ बट लिसनिंग में 8 थे लेकिन रीडिंग में 5.5 थे। नाम की है ਤੁਹਾਡਾ? इसलिए मैंने से किरण आई वुड स्ट्रांगली रिकमेंड आइल्स ਤੇ ਫੋਕਸ ਕਰ ਲਓ, ਮਹੀਨਾ ਲਾ ਲਓ, 2 ਮਹੀਨੇ ਲਾ ਲਓ। ਸਾਡੇ ਕੋਲੋਂ ਆਨਲਾਈਨ ਕਰਨੀ ਹੈ, ਆਨਲਾਈਨ ਕਰ ਲਓ, ਜੌਬ ਨਾ ਛੱਡੋ। ਰਾਈਟ। ਤੁਹਾਡੇ ਲਈ ਪ੍ਰੋਗਰਾਮਸ ਚਾਈਲਡ ਐਂਡ ਯੂਥ, ਜੈਂਡਰ ਇਕੁਐਲਿਟੀ, ਡਰਗ ਡੀ ਐਡਿਕਸ਼ਨ, ਸਪੈਸ਼ਲ ਡਿਫਰੈਂਟਲੀ ਏਬਲਡ ਚਿਲਡਰਨ, ਐਜੂਕੇਸ਼ਨ ਵਿਦ ਸਪੈਸ਼ਲ ਮਾਸਟਰਸ ਇਨ ਐਜੂਕੇਸ਼ਨ ਵਿਦ ਚਿਲਡਰਨ ਫॉर ਸਪੈਸ਼ਲ ਨੀਡਸ, ਪ੍ਰੋਗਰਾਮਸ ਦੀ ਬਹੁਤਾਤ ਹੈ। ਰਾਈਟ। ਬਟ ਦ ਓਨਲੀ ਥਿੰਗ ਇਜ਼ ਕਿ ਜੇ ਆਪਣੇ 6.5 ਨੂੰ ਲੈਸ ਦੈਨ 6 ਹੋਣਗੇ ਤਾਂ ਜੀ। ਸੋ ਥੋੜਾ ਜਿਹਾ ਆਇਲਸ ਤੇ ਫੋਕਸ ਕਰੋ। ਅੱਛਾ ਸਰ, ਜਿਹੜੇ ਇਦਾਂ ਦੇ ਬੱਚੇ ਹੁੰਦੇ ਜੀ। ਨੇ ਆਲਰੇਡੀ ਕੁਆਲੀਫਿਕੇਸ਼ਨ ਹਾਈ ਹੈ ਉਹਨਾਂ ਦੀ, ਸੀ ਪ੍ਰੋਬਲਮ ਕੀ ਹੈ, ਜਿਹੜੇ ਹਾਈਲੀ ਕੁਆਲੀਫਾਈਡ ਉਹਨਾਂ ਦੀ ਯੂਨੀਵਰਸਿਟੀ ਚ ਸਪੈਸ਼ਲਾਈਜੇਸ਼ਨਸ ਹੈ। ਓਕੇ। ਰਾਈਟ। ਹੁਣ ਮੇਰੇ ਕੋਲੇ ਮਾਸਟਰਸ ਇਨ ਐਜੂਕੇਸ਼ਨ 8 ਤਰ੍ਹਾਂ ਦੀ ਹੈ। 8 ਤਰ੍ਹਾਂ ਦੀ ਮਾਸਟਰਸ ਇਨ ਐਜੂਕੇਸ਼ਨ ਹੈ। ਹੁਣ ਇੱਕ ਮੇਰਾ ਬੜਾ ਇੰਟਰਸਟਿੰਗ ਕੇਸ ਹੈਗਾ ਜਿਹੜਾ ਅਸੀਂ ਥਰੂ ਕੀਤਾ। ਉਹ ਭਾਜੀ ਲਗਭਗ 7 ਵਰੇ ਤੋਂ ਪੜ੍ਹਾ ਰਹੇ ਸੀ, ਬਟ ਪੂਰੇ ਹਿੰਦੁਸਤਾਨ ਚ ਉਹਨਾਂ ਨੂੰ ਕਿਤੇ ਐਡਮਿਸ਼ਨ ਨਹੀਂ ਮਿਲ ਪਾਈ। ਇੱਕ ਪ੍ਰੋਗਰਾਮ ਸੀ ਮਾਸਟਰਸ ਇਨ ਕਰਿਕੂਲਮ ਡਿਜ਼ਾਈਨ। ਅੱਜ ਕਰਿਕੂਲਮ ਇੱਕ ਬੜਾ ਵੱਡਾ ਐਸਪੈਕਟ ਬਣ ਗਿਆ। ਪਲਾਕਸ਼ਾ ਯੂਨੀਵਰਸਿਟੀ ਖੁੱਲੀ, ਮੋਹਾਲੀ ਐਮਆਈਟੀ ਖੁੱਲੀ ਹੈ, ਚਤਕਾਰ ਹੈ, ਸੀਯੂ ਹੈ, ਲਵਲੀ ਹੈ, ਬਹੁਤ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਨੇ, ਸ਼ੋਕਾ ਵਰਗੀ ਯੂਨੀਵਰਸਿਟੀਆਂ ਜਿਹੜੀ ਹਿੰਦੁਸਤਾਨ ਚ 9 ਲੱਖ ਰੁਪਏ ਸਾਲ ਦਾ ਪੜ੍ਹਾਉਣ ਦਾ ਲੈਂਦੀ ਹੈ। ਸੋ ਕਰਿਕੂਲਮ ਨਾਮ ਦੀ ਚੀਜ਼, ਕੋਰਸ ਨਾਮ ਦੀ ਚੀਜ਼ ਉਹਨਾਂ ਯੂਨੀਵਰਸਿਟੀਆਂ ਚ ਡਿਵੈਲਪ ਹੁੰਦੀ ਹੈ। ਇੱਕ ਬੰਦਾ ਲੈਟਸ ਸੇ ਹਸਪਿਟੈਲਿਟੀ ਦਾ ਪ੍ਰੋਫੈਸਰ ਸੀਗਾ, ਉਹਨੇ ਹੋਟਲ ਮੈਨੇਜਮੈਂਟ ਕੀਤੀ, 5 ਸਾਲ ਤੋਂ ਹੋਟਲ ਮੈਨੇਜਮੈਂਟ ਪੜ੍ਹਾ ਰਿਹਾ, 7 ਸਾਲ ਤੋਂ ਪੜ੍ਹਾ ਰਿਹਾ। ਰਾਈਟ। ਉਹਨੇ ਜੇ ਅੱਜ ਕੋਰਸ ਡਿਜ਼ਾਈਨ ਕਰਨਾ ਸਿੱਖਣਾ, ਕਿਹੜੇ ਪਹਿਲੂ ਹੋਣਗੇ, ਕਿਹੜੇ ਮਾਪਦੰਡ ਹੋਣਗੇ, ਕਿਹੜੇ ਤਰੀਕਿਆਂ ਨਾਲ ਕੋਰਸ ਡਿਜ਼ਾਈਨ ਉਹਦਾ, ਉਹ ਪ੍ਰੋਗਰਾਮ ਹੈ। ਹੁਣ ਅਸੀਂ ਇੱਥੇ ਕਈ ਬੱਚੇ ਹੈਗੇ ਨੇ, ਰੱਬ ਉਹਨਾਂ ਨੂੰ ਸਭ ਨੂੰ ਇੱਕੋ ਜਿਹਾ ਨਹੀਂ ਜੰਮਦਾ। ਰੱਬ ਕਿਸੇ ਨੂੰ ਕੋਈ ਗੁਣ ਦਿੰਦਾ, ਕਿਸੇ ਨੂੰ ਕੋਈ ਗੁਣ ਦਿੰਦਾ। ਸੋ ਜਿਹੜੇ ਬੱਚੇ ਥੋੜੇ ਡਿਫਰੈਂਟ ਹੁੰਦੇ ਆ, ਚਾਹੇ ਉਹਨਾਂ ਨੂੰ ਆਟਿਜ਼ਮ ਹੁੰਦਾ ਹੈ ਜਾਂ ਕੁਝ ਹੁੰਦਾ, ਉਹਨਾਂ ਮੁਲਕਾਂ 'ਚ ਉਹਨਾਂ ਦੀ ਪੂਰੀ ਕਦਰ ਕੀਤੀ ਜਾਂਦੀ ਹੈ। ਚਿਲਡਰਨ ਵਿਦ ਸਪੈਸ਼ਲ ਨੀਡ, ਉੱਥੇ ਵੀ ਪ੍ਰੋਗਰਾਮ ਹੈ ਜੈਂਡਰ ਐਂਡ ਇਕੁਐਲਿਟੀ ਸਟੱਡੀਜ਼ ਦੇ, ਡਿਪਰੈਸ਼ਨ ਨੂੰ ਲੈ ਕੇ ਬੱਚਿਆਂ ਦੇ, ਉੱਥੇ ਵੀ ਐਜੂਕੇਸ਼ਨਲ ਲੀਡਰਸ਼ਿਪ ਦੇ ਪ੍ਰੋਗਰਾਮਸ ਨੇ। ਐਜੂਕੇਸ਼ਨ ਲੀਡਰ ਵੀ ਤਾਂ ਬਣਨੇ, ਪ੍ਰਿੰਸੀਪਲ ਵੀ ਬਣਨੇ ਹੈ, ਕੋਰ ਐਡਮਿਨਿਸਟ੍ਰੇਸ਼ਨ ਦੇ ਪ੍ਰੋਗਰਾਮਸ ਨੇ। ਸੋ ਪ੍ਰੋਗਰਾਮ ਹਰ ਕੈਟੇਗਰੀ 'ਚ ਹੈ। ਬਟ ਸਾਡੇ ਸਵਾਲ ਪਤਾ ਕੀ ਨਿਕਲ ਕੇ ਆਉਂਦੇ, ਬੈਂਡ ਨਹੀਂ ਹੋਣੇ ਜੀ, ਕਿਉਂਕਿ ਇੱਕ ਹਊਆ ਬਣਾਤਾ ਗਿਆ ਵੀ ਬੈਂਡ ਆਣੇ ਨਹੀਂ, ਜੋ ਮਰਜ਼ੀ ਕਰ ਲਓ। ਸੋ ਇਹਦਾ ਕਾਰਨ ਇਹ ਹੈ, ਜਿਹੜੇ ਬੈਂਡਾਂ ਦਾ ਭੁਲੇਖਾ ਪਾਤਾ, ਉਹਦੇ ਸਦਕੇ ਸਾਰੀ ਜਿਹੜੀ ਹੈ ਕਾਰੋਬਾਰ ਚੱਲਦਾ। ਬਿਲਕੁਲ। ਇੱਕ ਆਇਲਸ ਦਾ ਐਡਾ ਵੱਡਾ ਡਰ ਬੱਚਿਆਂ ਦੇ ਵਿੱਚ ਹੈਗਾ ਆ, ਖਾਸ ਕਰਕੇ ਆਪਾਂ ਦੇਖਦੇ ਹਾਂ ਕਿ ਬਹੁਤ ਉਹਦੀ ਵਜ੍ਹਾ ਮੈਂ ਕਹਿੰਦਾ ਲੋਟਰੀ ਆਈਡੀਪੀਬੀਸੀ ਵਾਲਿਆਂ ਦੀ ਵੀ ਸਾਡੇ ਜਿਹੜਾ ਡਰ ਪਿਆ, ਪੇਪਰ ਦਾ ਹੀ ਤੁਰੀ ਜਾਂਦੇ, ਪਰ ਪ੍ਰੋਬਲਮ ਕੀ ਤਿਆਰੀ ਨਹੀਂ ਕਰਨੀ। ਮੈਂ ਬੱਚੇ ਨੂੰ ਕਹੂੰਗਾ ਤੈਨੂੰ 3 ਮਹੀਨੇ ਲੱਗਣੇ, ਇਨਟੇਕ ਟੱਪ ਜਾ। ਹਾਂ ਬਿਲਕੁਲ। ਨੈਕਸਟ ਕਾਲਰ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ ਜੀ? ਕਿੱਥੋਂ ਗੱਲ ਕਰ ਰਹੇ ਹੋ? ਕੀ ਸਵਾਲ ਹੈ? ਪ੍ਰਦੀਪ ਕੌਰ ਕਰ ਰਿਹਾ, ਮੈਂ ਚੰਡੀਗੜ੍ਹ ਤੋਂ ਬੋਲਦਾ ਪਿਆ। ਹਾਂਜੀ ਦੱਸੋ ਪ੍ਰਦੀਪ ਜੀ, ਕੀ ਪੁੱਛਣਾ ਚਾਹੁੰਦੇ ਹੋ? ਮੈਡਮ ਮੈਂ ਆਸਟ੍ਰੇਲੀਆ ਦੇ T20 ਵਰਲਡ ਕੱਪ ਮੈਚ ਵਾਸਤੇ ਪੁੱਛਣਾ ਚਾਹੁੰਦਾ ਹਾਂ। ਕੀ ਕਰਦੇ ਹੋ ਪ੍ਰਦੀਪ ਤੁਸੀਂ ਇੱਥੇ? ਪ੍ਰਦੀਪ ਇੱਥੇ ਕੀ ਕਰਦੇ ਹੋ? ਇੱਥੇ ਕੀ ਕਰਦੇ ਹੋ ਤੁਸੀਂ? ਕਾਹਦਾ? ਕੰਸਟਰਕਸ਼ਨ। ਹਾਂ, ਤੁਸੀਂ ਇੱਕ ਵਾਰੀ ਮੈਨੂੰ ਆ ਕੇ ਮਿਲ ਲਓ ਬ੍ਰਦਰ, ਸਾਰੇ ਫਾਈਨੈਂਸ਼ੀਅਲਸ ਪ੍ਰੋਫਾਈਲ ਦਿਖਾ ਲਓ, ਫਿਰ ਉਹਦੇ ਆਧਾਰ ਤੇ ਟਰਾਈ ਕੀਤਾ ਜਾ ਸਕਦਾ ਜੀ। ਸੋ ਬਿਲਕੁਲ ਜੀ, ਤੁਹਾਡੇ ਲਈ ਸ਼ੋਅ ਚੱਲ ਰਿਹਾ। ਛੇਤੀ ਨੰਬਰ, ਤੁਸੀਂ ਆਪਣੇ ਨੰਬਰ ਡਾਇਲ ਕਰੋ, ਫੋਨ ਕਾਲਸ ਕਿਉਂਕਿ ਮੇਰਾ ਕੱਲ ਮਿੰਟ 2-4 ਹੀ ਰਹਿ ਗਏ ਸ਼ੋਅ ਦੇ ਵਿੱਚ ਵੀ। ਥੋੜਾ ਟਾਈਮ ਰਹਿ ਗਿਆ, ਜਲਦੀ ਤੁਸੀਂ ਮੌਕੇ ਦਾ ਫਾਇਦਾ ਚੁੱਕੋ ਜੀ। ਅੱਛਾ ਸਰ, ਇਸ ਤੋਂ ਇਲਾਵਾ ਹੁਣ ਆਪਾਂ ਯੂਕੇ ਦੀ ਵੀ ਗੱਲ ਕਰ ਲਈ, ਆਸਟ੍ਰੇਲੀਆ ਦੇ ਵਿੱਚ ਹੁਣ ਠੀਕ ਹੈ ਸਿਨੈਰੀਓ? ਸੀ ਆਸਟ੍ਰੇਲੀਆ ਦੀ ਬੜਾ ਕੰਸਿਸਟੈਂਟ ਚੱਲ ਰਿਹਾ। ਨਹੀਂ, ਕੰਸਿਸਟੈਂਟ ਚੱਲ ਰਿਹਾ। ਡਾਵਾਂ ਡੋਲੇ ਡੁਲਾ ਤਾਂ ਦਿੱਤਾ ਉਹਨਾਂ ਨੇ, ਸਾਨੂੰ ਡੁਲਾਤਾ। ਅਗਲੇ ਕਲੀਅਰ ਕਹਿੰਦੇ 21 ਪਾਸ ਆਊਟ ਬੱਚਾ, 60-65% ਨੰਬਰ ਹੋਣ, ਬੈਂਡ ਭਾਵੇਂ 5.5 ਹੋਣ, ਦੈਟਸ ਫਾਈਨ, ਲੈ ਲਾਂਗੇ। ਗ੍ਰੈਜੂਏਟ ਹੈ, 18 ਪਾਸ ਆਊਟ ਹੈ, 17 ਪਾਸ ਆਊਟ ਹੈ, 16 ਪਾਸ ਆਊਟ ਹੈ, 15 ਪਾਸ ਆਊਟ ਹੈ, ਸਬੂਤ ਦੇ ਦਿਓ। ਸਬੂਤ ਦੇ ਦਿਓ। ਸਬੂਤਾਂ ਦੇ ਆਧਾਰ ਤੇ ਜੇ ਤੁਹਾਨੂੰ ਪੁਸ਼ਟੀਕਰਨ ਕਰ ਸਕਦੇ ਹੋ ਕਿ ਮੈਂ ਕਿਸੇ ਕਿੱਤੇ 'ਚ ਮਸਰੂਫ ਸੀ, ਜਿਹਦੇ ਮੇਰੇ ਕੋਲੇ ਸਟੀਕ ਪ੍ਰਮਾਣ ਨੇ ਜਿਹੜੇ ਕਿ ਉਹਨਾਂ ਦੇ ਮਾਪਦੰਡ ਤੇ ਉਤਰਦੇ ਨੇ, ਉਹਨਾਂ ਮਾਪਦੰਡ ਦੇ ਆਧਾਰ ਤੇ ਉਹ ਅੱਜ ਵੀ ਗ੍ਰਾਂਟਸ ਦੇ ਰਹੇ, ਅੱਜ ਵੀ ਸੀਓਈ ਆ ਰਹੀ ਹੈ। ਰਾਈਟ। ਸੋ ਸਵਾਲ ਇਹ ਨਹੀਂ ਕਿ ਆਸਟ੍ਰੇਲੀਆ ਬੰਦ ਹੋ ਗਿਆ। ਯੈਸ, ਆਸਟ੍ਰੇਲੀਆ 'ਚ ਜੁਗਾੜ ਬੰਦ ਹੋ ਗਿਆ। ਦੈਟਸ ਦ ਰਾਈਟ ਵਰਡ। ਬਿਲਕੁਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਸੌਰੀ, ਥੋੜਾ ਜਿਹਾ ਰੇਂਜ ਆ ਜਾਓ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ।
ਜੀ ਟੀਮ ਤੋਂ ਬੋਲਦੇ ਆ ਜੀ ਵਿਦਿਆਰਥੀ ਸਰਵਿਸ ਤੋਂ ਦੱਸੋ ਜੀ ਕੀ ਪੁੱਛਣਾ ਕੀ ਚਾਹੁੰਦੇ ਹੋ? ਜੀ ਬੱਚੇ ਦੀ ਆਈਡੀ ਕਰਾਉਣੀ ਹੈ ਜੀ ਤੋਂ ਕਰਾ ਕੇ ਜਾਂ ਫਿਰ ਆਗੇ ਡਾਇਰੈਕਟ ਭਾਜੀ ਅਸਮਰਥ ਹਾਂ ਮੈਂ ਤੁਹਾਡਾ ਸਵਾਲ ਸਮਝਣ ਚ, ਮਾੜਾ ਜਿਹਾ ਰੇਂਜ ਚ ਆ ਜਾਓ ਵੱਡੇ ਵੀਰੇ। ਆਇਲਸ ਕਰਾਉਣਾ ਚਾਹੁੰਦੇ ਨੇ ਬੱਚੇ ਨੇ +2 ਕੀਤੀ ਹੈ। ਬਿਲਕੁਲ ਭਾਜੀ, ਆਇਲਸ ਅਸੀਂ ਵੀ ਕਰਾਉਂਦੇ ਹਾਂ ਜੀ, ਸਾਡੇ 8 ਸੈਂਟਰ ਹੈ। ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ? ਜੀ ਜੀ ਤੁਹਾਡੀ ਪੀਲੀਭੀਤ ਤੋਂ ਬੋਲ ਰਹੇ ਹੋ? ਜੀ ਆਈਡੀ ਕਰਾਉਣ ਜਰੂਰੀ ਹੈ ਜੀ ਤੇ ਉਹਦੇ ਅੱਗੇ ਬੈਟਰੀ ਚਾਹੀਏ 50% ਜੀ ਜੀ ਅੱਗੇ 12% ਠੀਕ ਹੈ ਭਾਜੀ, ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ? ਲੁਧਿਆਣੇ। ਲੁਧਿਆਣੇ। ਤੁਸੀਂ ਭਾਜੀ ਮੇਰੀ ਲੁਧਿਆਣਾ ਬ੍ਰਾਂਚ ਵਿਜ਼ਿਟ ਕਰੋ, ਉੱਥੇ ਕੀਰਤ ਮੈਮ ਮਿਲਣਗੇ ਨਿਊ ਕ੍ਰਿਸ਼ਨਾ ਮੰਦਿਰ ਮਾਰਕੀਟ ਦੇ ਵਿੱਚ, ਮਾਡਲ ਟਾਊਨ ਐਕਸਟੈਂਸ਼ਨ 'ਚ ਮੇਰਾ ਦਫ਼ਤਰ ਹੈ। 10ਵੀਂ 'ਚ 50 ਨੰਬਰ ਨੇ, ਉਹਦਾ ਆਪਾਂ ਥੋੜਾ ਵੇਰਵਾ ਸਮਝਾਂਗੇ ਕਿ ਈਚ ਸਬਜੈਕਟ 'ਚ ਕਿੰਨੇ ਨੇ, ਬਟ ਆਈਲੈਟਸ ਤੇ ਬੱਚੇ ਨੂੰ ਕੋਸ਼ਿਸ਼ ਕਰਕੇ 6 ਈਚ ਘੱਟੋ ਘੱਟੀ ਆਪਾਂ ਲੈਣੇ ਨੇ, ਕਿਉਂਕਿ ਉਹਨੇ 12ਵੀਂ 'ਚ 75% ਨੰਬਰ ਲਿੱਤੇ ਹੈ, ਇੰਪਰੂਵ ਕੀਤਾ, ਸੋ ਮੁੰਡੇ 'ਚ ਇੰਪਰੂਵਮੈਂਟ ਦਾ ਜਿਹਨੂੰ ਕਹਿੰਦੇ ਸਕੋਪ ਹੈ ਜਾਂ ਦਮ ਹੈ। ਬਿਲਕੁਲ ਜੀ ਬਿਲਕੁਲ। ਸੋ ਥੈਂਕ ਯੂ ਸੋ ਮਚ ਸਰ, ਤੁਸੀਂ ਹਮੇਸ਼ਾ ਹੀ ਸਾਡੀ ਆਡੀਅנס ਜਿਹੜੀ ਉਹਨੂੰ ਇੰਨੇ ਚੰਗੇ ਤਰੀਕੇ ਦੇ ਨਾਲ ਗਾਈਡ ਕਰਕੇ। ਥੈਂਕ ਯੂ ਪ੍ਰੀਤ, ਇਹੀ ਇੱਕ ਮੇਰਾ ਖਿਆਲ ਮੇਰੀ ਇੱਕ ਇਹੀ ਤੁਹਾਡੀ ਦੁਆ, ਤੁਹਾਡਾ ਪਿਆਰ, ਤੁਹਾਡਾ ਸਾਥ ਹੈ ਕਿ ਲਗਭਗ 11 ਵਰਿਆਂ ਤੋਂ ਇਸ ਮੰਚ ਤੇ ਉੱਪਰ ਬਣਿਆ ਆ ਰਿਹਾ ਵੱਖਰੇ ਵੱਖਰੇ ਚੈਨਲਸ ਤੇ, ਔਰ ਤੁਹਾਡੀਆਂ ਹੀ ਕਾਲਾਂ, ਤੁਹਾਡੇ ਵਿਜ਼ਿਟ ਕੀਤੇ ਹੋਏ ਜਿਹੜੇ ਮੇਰੇ ਦਫ਼ਤਰ 'ਚ ਲਾਏ ਹੋਏ ਮੇਲੇ ਨੇ, ਉਹਨਾਂ ਸਦਕੇ ਸਾਡੀ ਹੌਸਲਾ ਅਫਜ਼ਾਈ ਕਰਕੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ। ਸੋ ਆਡੀਅנס ਨੰਬਰ ਆ ਗਏ ਨੇ ਗੋ ਗਲੋਬਲ ਦੇ, ਨਹੀਂ ਤੁਹਾਡਾ ਫੋਨ ਮਿਲ ਪਾਇਆ ਜਾਂ ਸ਼ੋਅ ਖਤਮ ਹੋ ਗਿਆ, ਕੋਈ ਗੱਲ ਨਹੀਂ, ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਹਨਾਂ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ, ਆਫਿਸ ਜੋ ਵੀ ਨਜ਼ਦੀਕ ਪੈਂਦਾ ਵਿਜ਼ਿਟ ਵੀ ਕਰ ਸਕਦੇ ਹੋ। ਸੋ ਘਬਰਾਇਆ ਨਾ ਕਰੋ, ਜਿੱਦਾਂ ਦਾ ਮਰਜ਼ੀ ਪ੍ਰੋਫਾਈਲ ਹੈ, ਮੈਂ ਹਮੇਸ਼ਾ ਕਹਿੰਦੀ ਡਿਸਕਸ ਕਰਿਆ ਕਰੋ, ਹੋ ਸਕਦਾ ਕੋਈ ਨਾ ਕੋਈ ਰਸਤਾ ਤੁਹਾਨੂੰ ਮਿਲ ਜੇ। ਸੋ ਇੱਕ ਵਾਰ ਕਾਉਂਸਲਿੰਗ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ, ਤੇ ਤੁਸੀਂ ਕਿੰਚਾਵਾ ਪ੍ਰਦੇਸ਼ ਦੇ ਨਾਲ ਹਮੇਸ਼ਾ ਇਦਾਂ ਹੀ ਬਣੇ ਰਹੋ ਤਾਂ ਕਿ ਸਹੀ ਤਰੀਕੇ ਦੇ ਨਾਲ ਤੁਹਾਨੂੰ ਗਾਈਡ ਕਰਦੇ ਰਹੀਏ ਅਸੀਂ। ਸਤਿ ਸ਼੍ਰੀ ਅਕਾਲ।